ਰਾਜੇ ਲਾਸਟ ਲੈਕਚਰ 'ਚ ਆਪਾਂ ਕਰ ਲਿਆ ਸੀਗਾ ਇੰਟਰਨਲ ਚੈੱਕ, ਇੰਟਰਨਲ ਕੰਟਰੋਲ, ਹੈ ਨਾ। ਇੰਟਰਨਲ ਕੰਟਰੋਲ ਕੰਪਲੀਟ ਹੋ ਗਿਆ ਸੀ, ਇੰਟਰਨਲ ਚੈੱਕ ਡਿਸਕਸ ਕਰ ਲਿਆ ਸੀਗਾ, ਪਲੱਸ ਉਹਦੇ ਮੈਨੂੰ ਲੱਗਦਾ ਐਡਵਾਂਟੇਜਿਸ ਐਂਡ ਡਿਸਐਡਵਾਂਟੇਜਿਸ ਕਰ ਲਏ ਸੀ, ਹੈ ਨਾ। ਠੀਕ ਹੈ, ਸੋ ਅੱਜ ਆਪਾਂ ਕਰਦੇ ਹਾਂ ਰਾਜੇ ਇੰਟਰਨਲ ਚੈੱਕ ਅਤੇ ਉਹਦੀਆਂ ਕੁਛ ਐਗਜ਼ਾਮਪਲਸ। ਠੀਕ ਹੈ, ਕਿ ਐਕਚੁਅਲ ਕੰਪਨੀਜ਼ ਵਿੱਚ ਇੰਟਰਨਲ ਚੈੱਕ ਕਿਵੇਂ ਅਪਲਾਈ ਹੁੰਦਾ। ਠੀਕ ਹੈ, ਡਿਫਰੈਂਟ ਕਾਈਂਡ ਆਫ ਟ੍ਰਾਂਜੈਕਸ਼ਨ 'ਚ, ਜਿਵੇਂ ਕੈਸ਼ ਰਿਸਿਪਟ ਵਿੱਚ, ਕੈਸ਼ ਸੇਲਸ 'ਚ, ਪੇਮੈਂਟ ਵਿੱਚ। ਠੀਕ ਹੈ, ਸਟੋਰਸ ਦੀ ਕੋਈ ਆਈਟਮ ਹੋਵੇ ਜਾਂ ਸੈਲਰੀਜ਼ ਨੂੰ ਕਿਵੇਂ ਕੰਸੀਡਰ ਕੀਤਾ ਜਾਂਦਾ ਹੈ। ਠੀਕ ਹੈ, ਸੋ ਅੱਜ ਦਾ ਸਾਰਾ ਸੈਸ਼ਨ ਐਗਜ਼ਾਮਪਲਸ 'ਤੇ ਹੀ ਹੈ। ਠੀਕ ਹੈ, ਐਗਜ਼ਾਮਪਲ ਕਿਹੜੀਆਂ, ਜਿਹੜੀਆਂ ਐਕਚੁਅਲੀ ਕੰਪਨੀ ਪ੍ਰੈਕਟਿਸ ਕਰਦੀ ਹੈ। ਠੀਕ ਹੈ, ਉਹਦੇ ਬੇਸ 'ਤੇ। ਸੋ ਟੋਪਿਕ ਦਾ ਨਾਮ ਹੈਗਾ ਰਾਜੇ ਇੰਟਰਨਲ ਚੈੱਕ ਵਿਦ ਰਿਗਾਰਡ ਟੂ ਕੈਸ਼ ਟ੍ਰਾਂਜੈਕਸ਼ਨਸ। ਠੀਕ ਹੈ, ਬੁੱਕਸ ਵਿੱਚ ਟੋਪਿਕ ਕਾਫੀ ਵੱਡਾ ਦਿੱਤਾ ਹੋਇਆ, ਉਨਾ ਵੱਡਾ ਕਰਨ ਦੀ ਲੋੜ ਨਹੀਂ ਗੀ। ਜਿਹੜੇ ਮੇਨ ਪੁਆਇੰਟਸ ਨੇ, ਠੀਕ ਹੈ, ਉਹ ਤੁਸੀਂ ਕੰਸੀਡਰ ਕਰ ਲੈਣੇ ਆ। ਚਲੋ ਫਸਟ ਦੇਖੋ ਰਾਜੇ, ਜਿਹੜਾ ਕੈਸ਼ ਹੈ, ਠੀਕ ਹੈ, ਇਹਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੀ ਮਿਸਐਪਰੋਪ੍ਰੀਏਸ਼ਨ ਆਫ ਕੈਸ਼ ਕਰਨਾ ਕਿੰਨਾ ਈਜ਼ੀ ਹੈ ਨਾ। ਅਤੇ ਕੋਈ ਵੀ ਪਰਸਨ ਦੀ ਨੀਅਤ ਖਰਾਬ ਹੋ ਜਾਂਦੀ ਜਦੋਂ ਉਹਦੇ ਕੋਲ ਕੈਸ਼ ਹੈਂਡਲ ਹੁੰਦਾ। ਸੋ ਇਹਦੇ ਵਿੱਚ ਇੰਟਰਨਲ ਚੈੱਕ ਦਾ ਹੋਣਾ ਬਹੁਤ ਜ਼ਰੂਰੀ ਹੈ। ਇੰਟਰਨਲ ਚੈੱਕ ਯਾਦ ਹੈ ਨਾ, ਕਿ ਇੱਕ ਕੰਮ ਕੋਈ ਇੰਡੀਵਿਜੂਅਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਨਹੀਂ ਕਰਦਾ। ਠੀਕ ਹੈ, ਉਹਨੂੰ 2-3 ਹਿੱਸਿਆਂ 'ਚ ਡਿਵਾਈਡ ਕੀਤਾ ਜਾਂਦਾ ਹੈ ਅਤੇ ਉਹ ਅਲੱਗ ਹਿੱਸੇ ਅਲੱਗ ਇੰਪਲੋਈਜ਼ ਤੋਂ ਕਰਵਾਏ ਜਾਂਦੇ ਹੈ। ਠੀਕ ਹੈ, ਜਿਹਦੇ ਨਾਲ ਕੀ ਹੈ ਕਿ ਪਹਿਲੇ ਦਾ ਕੰਮ ਦੂਜਾ ਬੰਦਾ ਚੈੱਕ ਕਰ ਦਿੰਦਾ, ਦੂਜੇ ਦਾ ਕੰਮ ਤੀਜਾ। ਪਲੱਸ ਇਹਦੇ ਨਾਲ ਡਿਵਾਈਡ ਐਵੇਂ ਕੀਤਾ ਜਾਂਦਾ ਹੈ ਕਿ ਕੰਮ ਚੈੱਕ ਵੀ ਹੋ ਜਾਵੇ ਪਹਿਲਾਂ ਕੀਤੇ ਪਰਸਨ ਦਾ, ਪਲੱਸ ਕੋਈ ਡੁਪਲੀਕੇਸ਼ਨ ਆਫ ਵਰਕ ਵੀ ਨਾ ਹੋਵੇ, ਮਤਲਬ ਰੈਪੀਟੀਸ਼ਨ ਆਫ ਵਰਕ ਵੀ ਨਾ ਹੋਵੇ। ਠੀਕ ਹੈ, ਸੋ ਦੇਖਦੇ ਹਾਂ ਰਾਜੇ ਕੈਸ਼ ਰਿਸਿਪਟ ਵਿੱਚ। ਠੀਕ ਹੈ, ਕੈਸ਼ ਰਿਸਿਪਟ ਵਿੱਚ ਇੰਟਰਨਲ ਚੈੱਕ ਕਿੱਦਾਂ ਲੱਗਦਾ ਹੈ। ਕੈਸ਼ ਰਿਸਿਪਟ, ਠੀਕ ਹੈ, ਇਹਦੇ ਵਿੱਚ ਦੇਖੋ ਰਾਜੇ, ਪਹਿਲੀ ਗੱਲ ਤਾਂ ਇਹ ਕਿ ਜਿੰਨੇ ਵੀ ਚੈੱਕ, ਡਰਾਫਟ ਜਾਂ ਪੋਸਟਲ ਆਰਡਰ ਹੁੰਦੇ ਨੇ, ਠੀਕ ਹੈ, ਉਹ ਜਦੋਂ ਰਿਸੀਵ ਹੋ ਜਾਣ, ਠੀਕ ਹੈ, ਉਹਨਾਂ ਨੂੰ ਕੈਂਸਲ ਕਰਨਾ ਹੁੰਦਾ। ਠੀਕ ਹੈ, ਕੀ ਹੈ, ਉਹਨਾਂ ਨੂੰ ਕੈਂਸਲ ਕਰਨਾ ਹੁੰਦਾ ਸਟੈਂਪ ਲਗਾ ਕੇ। ਠੀਕ ਹੈ, ਜੇ ਤੁਸੀਂ ਕਦੀ ਬੈਂਕ 'ਚ ਗਏ ਹੋਵੋ ਡਿਪੋਜ਼ਿਟ ਕਰਾਉਣ, ਤਾਂ ਮੇ ਬੀ ਤੁਹਾਨੂੰ ਕਦੀ ਤੁਸੀਂ ਧਿਆਨ ਦਿੱਤਾ ਹੋਵੇ ਕਿ ਜਿਹੜਾ ਡਿਪੋਜ਼ਿਟ ਕਾਊਂਟਰ 'ਤੇ ਬੈਠਾ ਹੁੰਦਾ ਇੰਪਲੋਈ ਬੈਂਕ ਦਾ, ਠੀਕ ਹੈ, ਉਹ ਕੀ ਕਰਦਾ, ਉਹਨੂੰ ਜਦੋਂ ਵੀ ਕੋਈ ਚੈੱਕ ਮਿਲਦਾ, ਠੀਕ ਹੈ, ਉਹ ਚੈੱਕ ਉਹ ਐਂਟਰ ਕਰਦਾ, ਉਹਦੇ 'ਤੇ ਸਟੈਂਪ ਲਗਾਉਂਦਾ, ਉਹ ਸਟੈਂਪ 'ਤੇ ਉਸ ਦਿਨ ਦੀ ਡੇਟ ਹੁੰਦੀ ਹੈ। ਠੀਕ ਹੈ, ਉਹਦੇ 'ਤੇ ਸਾਈਨ ਕਰਦਾ ਰਿਸੀਵਡ, ਅਤੇ ਉਹਨੂੰ ਕੈਂਸਲ ਕਰ ਦਿੰਦਾ ਵੀ ਤਾਂ ਕਿ ਇਹਦੀ ਪੇਮੈਂਟ ਦੁਬਾਰਾ ਨਾ ਹੋਵੇ ਜਾਂ ਇਹਨੂੰ ਕੋਈ ਮਿਸਯੂਜ਼ ਨਾ ਕਰ ਸਕੇ। ਠੀਕ ਹੈ, ਪਲੱਸ ਇਹਦੇ ਵਿੱਚ ਇਹ ਵੀ ਹੁੰਦਾ ਰਾਜੇ, ਜਿੰਨੇ ਵੀ ਕੰਪਨੀ ਦੇ ਚੈੱਕਸ ਵਗੈਰਾ ਹੁੰਦੇ ਨੇ ਨਾ, ਉਹਨਾਂ ਨੂੰ ਕ੍ਰੋਸ ਕੀਤਾ ਜਾਂਦਾ। ਕ੍ਰੋਸ ਕੀਤਾ ਜਾਂਦਾ ਮਤਲਬ ਉਹਨਾਂ ਨੂੰ ਨੈਗੋਸ਼ੀਏਬਲ ਇੰਸਟਰੂਮੈਂਟਸ ਨਹੀਂ ਰਹਿਣ ਦਿੱਤਾ ਜਾਂਦਾ। ਉਹ ਫਿਰ ਕਿਹਦੇ ਅਕਾਊਂਟ 'ਚ ਜਾਂਦੇ ਆ, ਜਿਹਦਾ ਚੈੱਕ 'ਤੇ ਨੇਮ ਹੁੰਦਾ। ਠੀਕ ਹੈ, ਅਕਾਊਂਟ ਪੇ ਓਨਲੀ। ਬਿਜ਼ਨਸ ਲਾਅ 'ਚ ਤੁਸੀਂ ਕੀਤਾ ਹੋਏਗਾ ਨਾ, ਟਾਈਪਸ ਆਫ ਚੈੱਕਸ, ਬੀਅਰਰ ਚੈੱਕ, ਕ੍ਰੋਸ ਚੈੱਕ। ਕ੍ਰੋਸ ਚੈੱਕ 'ਚ ਕੀ ਹੁੰਦਾ ਸੀ, ਚੈੱਕ ਦੇ ਕਾਰਨਰ 'ਤੇ ਨਾ 2 ਪੈਰਲਰ ਲਾਈਨ ਡਰੋ ਕਰ ਦਿੰਦੇ ਆ। ਠੀਕ ਹੈ, ਉਹਦਾ ਮਤਲਬ ਕੀ ਹੁੰਦਾ ਹੈ ਵੀ ਇਹ ਚੈੱਕ ਕੋਈ ਵੀ ਬੰਦਾ ਕੈਸ਼ ਨਹੀਂ ਕਰਵਾ ਸਕਦਾ। ਇਹ ਚੈੱਕ 'ਚ ਜਿਹੜੀ ਅਮਾਊਂਟ ਹੈ, ਠੀਕ ਹੈ, ਉਹ ਡਾਇਰੈਕਟਲੀ ਕਿਹਦੇ ਅਕਾਊਂਟ 'ਚ ਜਾਏਗੀ, ਜਿਹਦਾ ਉੱਪਰ ਨੇਮ ਮੈਂਸ਼ਨ ਹੈ ਅਕਾਊਂਟ 'ਤੇ। ਠੀਕ ਹੈ, ਪਹਿਲੀ ਗੱਲ ਤਾਂ ਇਹ। ਠੀਕ ਹੈ, ਦੂਜੀ ਗੱਲ ਕੀ ਹੈ ਕਿ ਕੋਈ ਵੀ ਕੈਸ਼ ਰਿਸੀਵ ਕਰਨ ਵਿੱਚ, ਠੀਕ ਹੈ, ਜਿਹੜੇ ਨੇ ਇੰਪਲੋਈਜ਼ ਨੇ, ਠੀਕ ਹੈ, ਉਹ ਇੱਕ ਤੋਂ ਜ਼ਿਆਦਾ ਹੋਣੇ ਚਾਹੀਦੇ ਨੇ। ਠੀਕ ਹੈ, ਤਾਂ ਕਿ ਜਿਹੜਾ ਬੰਦਾ ਐਂਟਰੀ ਕਰ ਰਿਹਾ ਉਹਦੇ ਕੋਲ ਕੈਸ਼ ਨਾ ਰਵੇ, ਜਿਹੜਾ ਕੈਸ਼ ਰੱਖ ਰਿਹਾ ਉਹਨੇ ਐਂਟਰੀ ਨਾ ਕਰਨੀ ਹੋਵੇ। ਠੀਕ ਹੈ, ਜਿਵੇਂ ਐਂਟਰੀ ਕੌਣ ਕਰੂਗਾ, ਅਕਾਊਂਟੈਂਟ। ਠੀਕ ਹੈ, ਅਕਾਊਂਟੈਂਟ ਦੀ ਕੀ ਰਿਸਪੋਂਸੀਬਿਲਿਟੀ ਹੋਣੀ ਚਾਹੀਦੀ ਹੈ ਵੀ ਉਹਨੇ ਬਸ ਐਂਟਰੀ ਕਰਨੀ ਹੈ ਕਿ ਇੰਨਾ ਕੈਸ਼ ਰਿਸੀਵ ਹੋਇਆ। ਠੀਕ ਹੈ, ਕੈਸ਼ ਐਕਚੁਅਲੀ ਕਿਹਦੇ ਕੋਲ ਰਹੇਗਾ, ਕੈਸ਼ੀਅਰ ਕੋਲ। ਠੀਕ ਹੈ, ਜਿਹਦੇ ਕੋਲ ਕੀ ਰਿਸਪੋਂਸੀਬਿਲਿਟੀ ਹੋਏਗੀ ਵੀ ਤੂੰ ਕੈਸ਼ ਹੈਂਡਲ ਕਰਨਾ। ਠੀਕ ਹੈ, ਪਰ ਇਹਦੀ ਬੁੱਕਸ 'ਚ ਐਂਟਰੀ ਕੌਣ ਕਰੇਗਾ, ਅਕਾਊਂਟੈਂਟ। ਸੋ ਉਹਨਾਂ ਦੋਵਾਂ ਦਾ ਕੰਮ ਕੀ ਹੈ, ਠੀਕ ਹੈ, ਕੈਸ਼ੀਅਰ ਨੇ ਕੈਸ਼ ਕਾਊਂਟ ਕਰਨਾ,
ਅਕਾਊਂਟੈਂਟ ਨੇ ਐਂਟਰੀ ਕਰਨੀ ਹੈ। ਠੀਕ ਹੈ, ਜਦੋਂ ਕੈਸ਼ੀਅਰ ਨੇ ਕੈਸ਼ ਕਾਊਂਟ ਕਰ ਲਿਆ, ਠੀਕ ਹੈ, ਉਹ ਅਕਾਊਂਟੈਂਟ ਨੂੰ ਦੱਸੇਗਾ, ਅਕਾਊਂਟੈਂਟ ਉਹ ਵਾਲੀ ਅਮਾਊਂਟ ਅਕਾਊਂਟ 'ਚ ਪਾਏਗਾ। ਠੀਕ ਹੈ, ਇਹਦੇ ਨਾਲ ਕੀ ਹੋਏਗਾ ਕਿ ਜਿਹੜਾ ਕੈਸ਼ੀਅਰ ਹੈ ਉਹ ਕੈਸ਼ ਆਪਣੇ ਕੋਲ ਹੀ ਰੱਖ ਸਕਦਾ, ਕਿਉਂਕਿ ਉਹਨੂੰ ਪਤਾ ਹੋਏਗਾ ਵੀ ਅਕਾਊਂਟੈਂਟ ਨੇ ਜਿੰਨੇ ਪੈਸੇ ਰਿਸੀਵ ਹੋਏ ਹੈ ਉਨੀ ਹੀ ਅਮਾਊਂਟ ਰਿਕਾਰਡਸ 'ਚ ਮੇਨਟੇਨ ਕੀਤੀ ਹੈ। ਠੀਕ ਹੈ, ਪਲੱਸ ਰਾਜੇ ਕੀ ਹੈ, ਜਿਹੜਾ ਕੈਸ਼ੀਅਰ ਹੈ ਨਾ ਉਹ ਸਿਰਫ ਕੈਸ਼ ਰਿਸੀਵ ਕਰੇਗਾ। ਠੀਕ ਹੈ, ਉਹਦੇ ਕੋਲ ਇਹ ਆਥੋਰਾਈਜੇਸ਼ਨ ਨਹੀਂ ਹੋਏਗੀ ਕਿ ਉਹ ਐਕਸਪੈਂਡੀਚਰ ਕਰੇ ਉਹਦੇ 'ਚੋਂ ਕੋਈ ਪੇਮੈਂਟ ਕਰੇ। ਠੀਕ ਹੈ, ਪੇਮੈਂਟ ਕਰਨ ਦੀ ਰਿਸਪੋਂਸੀਬਿਲਿਟੀ ਕਿਸੇ ਹੋਰ ਇੰਡੀਵਿਜੂਅਲ ਕੋਲ ਹੋਏਗੀ। ਠੀਕ ਹੈ, ਨਹੀਂ ਤਾਂ ਇਹ ਕਹਿ ਸਕਦਾ ਨਾ ਕਿ ਹਾਂ ਇੰਨਾ ਪੈਸਾ ਆਇਆ ਤਾਂ ਸੀਗਾ ਬਟ ਉਹਦੇ 'ਚੋਂ ਮੈਂ ਆਹ ਪੇਮੈਂਟ ਕਰਤੀ। ਠੀਕ ਹੈ, ਸੋ ਜਿਹੜਾ ਕੈਸ਼ੀਅਰ ਕੈਸ਼ ਰਿਸੀਵ ਕਰ ਰਿਹਾ, ਠੀਕ ਹੈ, ਜਿਹਦੇ ਕੋਲ ਪੈਸਾ ਡਿਪੋਜ਼ਿਟ ਹੋ ਰਿਹਾ, ਉਹਦੇ ਕੋਲ ਆਥੋਰਾਈਜੇਸ਼ਨ ਨਹੀਂ ਹੋਣੀ ਚਾਹੀਦੀ ਪੇਮੈਂਟ ਕਰਨ ਦੀ। ਠੀਕ ਹੈ, ਉਹ ਕਿਸੇ ਹੋਰ ਇੰਪਲੋਈ ਕੋਲ ਹੋਣੀ ਚਾਹੀਦੀ ਹੈ। ਠੀਕ ਹੈ, ਨੈਕਸਟ ਦੇਖੋ ਰਾਜੇ, ਆਲ ਰਿਸਿਪਟ ਸ਼ੁੱਡ ਬੀ ਡੇਲੀ ਬੈਂਕਡ। ਠੀਕ ਹੈ, ਕਿ ਜਿੰਨਾ ਵੀ ਚੈੱਕ ਜਾਂ ਕੰਪਨੀ ਨੂੰ ਅਮਾਊਂਟ ਮਿਲਦਾ, ਠੀਕ ਹੈ, ਉਹਨੂੰ ਡੇਲੀ ਦੇ ਡੇਲੀ ਬੈਂਕ 'ਚ ਡਿਪੋਜ਼ਿਟ ਕਰਾਉਣਾ ਚਾਹੀਦਾ। ਠੀਕ ਹੈ, ਇਹ ਇੱਕ ਪ੍ਰੀਕੋਸ਼ਨਰੀ ਸਟੈਪ ਹੁੰਦਾ ਹੈ। ਪ੍ਰੀਕੋਸ਼ਨਰੀ ਸਟੈਪ ਮਤਲਬ ਪ੍ਰੀਕੋਸ਼ਨ ਤਾਂ ਸਮਝਦੇ ਹੋ ਨਾ। ਹਾਂ, ਇਹ ਪ੍ਰੀਕੋਸ਼ਨਰੀ ਸਟੈਪ ਹੁੰਦਾ ਹੈ ਕਿ ਜਿੰਨੀ ਵੀ ਅਮਾਊਂਟ ਤੁਹਾਨੂੰ ਰਿਸੀਵ ਹੋ ਰਹੀ ਹੈ ਡੇਲੀ ਬੇਸਿਸ 'ਤੇ, ਪਲੱਸ ਜੇ ਕੋਈ ਚੈੱਕ ਰਿਸੀਵ ਹੋ ਰਿਹਾ ਤੁਹਾਨੂੰ ਡੇਲੀ ਕੀ ਹੈ ਬੈਂਕ 'ਚ ਡਿਪੋਜ਼ਿਟ ਕਰਾਉਣਾ। ਠੀਕ ਹੈ, ਤਾਂ ਕਿ ਉਹਦਾ ਜਿਹੜਾ ਅਮਾਊਂਟ ਹੈ ਜਾਂ ਚੈੱਕ ਨੇ ਉਹ ਸਿੱਧੇ ਕਿਹਦੇ ਵਿੱਚ ਜਾਣ, ਕੰਪਨੀ ਦੇ ਅਕਾਊਂਟ 'ਚ ਜਾਣ, ਖਾਤੇ 'ਚ ਜਾਣ। ਠੀਕ ਹੈ, ਜਿਹੜਾ ਉਹਦਾ ਬੈਂਕ ਨਾਲ ਖਾਤਾ ਚੱਲਦਾ, ਤਾਂ ਕਿ ਉਹਨੂੰ ਕੋਈ ਮਿਸਯੂਜ਼ ਨਾ ਕਰੇ। ਠੀਕ ਹੈ, ਇਹਦੇ ਨਾਲ ਕੀ ਹੋਏਗਾ ਰਾਜੇ, ਟਾਈਮ ਟੂ ਟਾਈਮ ਬੈਂਕ ਰੀਕਨਸੀਲੇਸ਼ਨ ਪ੍ਰਪੇਅਰ ਕਰਕੇ ਇਹ ਪਤਾ ਲੱਗ ਜਾਏਗਾ ਵੀ ਜਿਹੜਾ ਲੈਜਰ ਕੈਸ਼ ਲੈਜਰ 'ਚ ਅਕਾਊਂਟ ਹੈ ਜਾਂ ਬੈਂਕ ਕੈਸ਼ ਬੁੱਕ ਬਣਾਉਂਦੇ ਹਾਂ ਨਾ, ਕੈਸ਼ ਲੈਜਰ 'ਚ ਅਕਾਊਂਟ ਹੈ ਅਤੇ ਜਿਹੜਾ ਬੈਂਕ ਦੀ ਪਾਸਬੁੱਕ 'ਚ ਹੈ, ਠੀਕ ਹੈ, ਉਹ ਮੈਚ ਕਰਦੇ ਹੈ ਕਿ ਨਹੀਂ। ਜੇ ਮੈਚ ਕਰਦੇ ਹੈ ਫਿਰ ਤਾਂ ਠੀਕ ਹੈ, ਜੇ ਨਹੀਂ ਮੈਚ ਕਰਦੇ ਦੈਟ ਮੀਨਸ ਕੋਈ ਨਾ ਕੋਈ ਐਰਰ ਹੈ ਜਾਂ ਫਰੋਡ ਹੋ ਰਿਹਾ। BRS ਤਾਂ ਪਤਾ ਨਾ, ਬੈਂਕ ਰੀਕਨਸੀਲੇਸ਼ਨ ਸਟੇਟਮੈਂਟ, ਜਿਹਦੇ ਵਿੱਚ ਪਾਸਬੁੱਕ, ਬੈਂਕ ਦੀ ਪਾਸਬੁੱਕ ਅਤੇ ਕੰਪਨੀ ਦਾ ਜਿਹੜਾ ਕੈਸ਼ ਬੁੱਕ ਹੁੰਦੀ ਸੀਗੀ, ਠੀਕ ਹੈ, ਜਾਂ ਬੈਂਕ ਅਕਾਊਂਟ ਹੁੰਦਾ ਸੀ, ਉਹਨੂੰ ਕੰਪੇਅਰ ਕੀਤਾ ਜਾਂਦਾ ਸੀਗਾ ਵੀ ਇਹ ਸੇਮ ਬੈਲੈਂਸ ਸ਼ੋ ਕਰ ਰਹੇ ਹੈ ਕਿ ਨਹੀਂ। ਠੀਕ ਹੈ, ਨੈਕਸਟ ਦੇਖੋ ਰਾਜੇ, ਬੈਂਕ ਦੀਆਂ ਜਿਹੜੀਆਂ ਪੇਇੰਗ ਸਲਿੱਪਸ ਨੇ, ਠੀਕ ਹੈ, ਉਹ ਕੋਈ ਹੋਰ ਪਰਸਨ ਬਣਾਊਗਾ, ਪਲੱਸ ਜਿਹੜਾ ਬੈਂਕ 'ਚ ਅਮਾਊਂਟ ਡਿਪੋਜ਼ਿਟ ਕਰਾ ਰਿਹਾ ਉਹ ਕੋਈ ਹੋਰ ਪਰਸਨ ਕਰਵਾ ਕੇ ਆਊਗਾ। ਠੀਕ ਹੈ, ਪੇਇੰਗ ਸਲਿੱਪਸ ਤੁਹਾਨੂੰ ਪਤਾ ਹੈ ਨਾ ਕਿ ਜਦੋਂ ਬੈਂਕ 'ਚ ਪੈਸੇ ਡਿਪੋਜ਼ਿਟ ਕਰਾਉਣੇ ਹੁੰਦੇ ਆ ਤਾਂ ਇੱਕ ਫੋਰਮ ਜਿਹਾ ਭਰਨਾ ਪੈਂਦਾ, ਉਹਨੂੰ ਕੀ ਕਹਿੰਦੇ ਹੈ, ਪੇਇੰਗ ਸਲਿੱਪਸ। ਠੀਕ ਹੈ, ਇਹ ਜਿਹੜੀ ਸਲਿੱਪ ਬਣਾਉਣ ਦੀ ਜ਼ਿੰਮੇਵਾਰੀ ਹੈ, ਠੀਕ ਹੈ, ਜਾਂ ਉਹਨੂੰ ਸਾਈਨ ਕਰਨ ਦੀ ਜ਼ਿੰਮੇਵਾਰੀ ਹੈ, ਉਹ ਕਿਸੇ ਹੋਰ ਇੰਡੀਵਿਜੂਅਲ ਦੀ ਹੋਣੀ ਚਾਹੀਦੀ ਹੈ। ਪਲੱਸ ਜਿਹੜਾ ਬੈਂਕ 'ਚ ਡਿਪੋਜ਼ਿਟ ਕਰਾ ਰਿਹਾ ਉਹਦੀ ਜ਼ਿੰਮੇਵਾਰੀ ਕਿਸੇ ਹੋਰ ਇੰਡੀਵਿਜੂਅਲ ਦੀ ਹੋਣੀ ਚਾਹੀਦੀ ਹੈ। ਠੀਕ ਹੈ, ਅਤੇ ਇਹਦੇ ਵਿੱਚ ਰਾਜੇ ਇਹ ਬੈਂਕ ਕੈਸ਼ ਵਿੱਚ ਇਹ ਦੇਖਣਾ ਚਾਹੀਦਾ ਕਿ ਜਿੰਨੀਆਂ ਵੀ ਰਿਸਿਪਟਸ ਨੇ ਜਾਂ ਡਾਕੂਮੈਂਟਸ ਨੇ, ਠੀਕ ਹੈ, ਉਹ ਪ੍ਰਿੰਟਡ ਹੋਣ ਅਤੇ ਉਹਨਾਂ ਉੱਤੇ ਨਾ ਸੀਰੀਅਲ ਨੰਬਰ ਹੋਵੇ। ਠੀਕ ਹੈ, ਤਾਂ ਕਿ ਇਹ ਪਤਾ ਲੱਗ ਸਕੇ ਵੀ ਹੁਣ ਕਿੰਨਾ ਕੈਸ਼ ਆਪਾਂ ਕਿਸੇ ਨੂੰ ਦਿੱਤਾ ਹੈ, ਠੀਕ ਹੈ, ਜਾਂ ਕਿੰਨਾ ਰਿਸੀਵ ਹੋਇਆ। ਠੀਕ ਹੈ, ਉਹਦਾ ਇਨਵੋਇਸ ਨੰਬਰ ਕੀ ਹੈ, ਅਤੇ ਜਿਹੜੇ ਇਹ ਅਨਯੂਜ਼ਡ ਰਿਸਿਪਟਸ ਹੁੰਦੀਆਂ ਨੇ ਉਹ ਕਿੱਥੇ ਰੱਖਣੀਆਂ ਚਾਹੀਦੀਆਂ ਨੇ, ਇੱਕ ਸੇਫ ਲੋਕਰ ਵਿੱਚ। ਠੀਕ ਹੈ, ਅਤੇ ਉਹਦੀ ਚਾਬੀ ਕਿਹਦੇ ਕੋਲ ਹੋਣੀ ਚਾਹੀਦੀ ਹੈ, ਕਿਸੇ ਹਾਇਰ ਅਥੋਰਿਟੀ ਕੋਲ, ਤਾਂ ਕਿ ਉਹਨੂੰ ਕੋਈ ਪਰਸਨ ਮਿਸਯੂਜ਼ ਨਾ ਕਰੇ। ਠੀਕ ਹੈ, ਨੈਕਸਟ ਦੇਖੋ ਰਾਜੇ, ਸਪੋਇਲਡ ਰਿਸਿਪਟ ਸ਼ੁੱਡ ਬੀ ਕੈਂਸਲਡ ਐਂਡ ਨੋਟ ਟਰਨਡ ਆਫ। ਕਿ ਜੇ ਕੋਈ ਰਿਸਿਪਟ ਸਪੋਇਲ ਹੋ ਗਈ, ਠੀਕ ਹੈ, ਖ਼ਰਾਬ ਹੋ ਗਈ ਕਿਸੇ ਵੀ ਤਰੀਕੇ ਨਾਲ, ਅਤੇ ਉਹਨੂੰ ਐ ਨਹੀਂ ਕਿ ਗੁੱਛੂ ਮੁੱਛੂ ਕਰਕੇ ਸੁੱਟ ਦਿਓ, ਉਹਨੂੰ ਪ੍ਰੋਪਰਲੀ ਕੈਂਸਲ ਕਰੋ। ਠੀਕ ਹੈ, ਉਹਨੂੰ ਪ੍ਰੋਪਰਲੀ ਕੱਟੋ ਤਾਂ ਕਿ ਉਹਨੂੰ ਕੋਈ ਮਿਸਯੂਜ਼ ਨਾ ਕਰ ਸਕੇ। ਠੀਕ ਹੈ, ਇੱਕ ਮਿੰਟ ਮੈਂ ਤੁਹਾਨੂੰ ਫੋਟੋ ਸ਼ੋ ਕਰਦੀ ਹਾਂ ਇਹਦੀ।
ओके ठीक है ठीक है। नैक्सट देखो राजे ठीक है, ਉਹਨੂੰ ਟਰਨ ਆਫ ਕਰ ਦੇਣਾ ਚਾਹੀਦਾ, ਟਰਨ ਆਫ ਨਹੀਂ ਕਰਨਾ ਚਾਹੀਦਾ, ਮਤਲਬ ਉਹਨੂੰ ਗੁੱਛੂ ਮੁੱਛੂ ਕਰਕੇ ਨਹੀਂ ਸਿੱਟ ਦੇਣਾ ਚਾਹੀਦਾ, ਉਹਨੂੰ ਪ੍ਰੋਪਰਲੀ ਕੀ ਹੈ ਕੈਂਸਲ ਕਰਨਾ ਚਾਹੀਦਾ। ਠੀਕ ਹੈ। ਨੈਕਸਟ ਦੇਖੋ ਕਿ ਕੋਈ ਵੀ ਜ਼ਿੰਮੇਵਾਰ ਬੰਦਾ ਹੈ, ਕੋਈ ਵੀ ਹਾਇਰ ਅਥਾਰਟੀ, ਠੀਕ ਹੈ, ਉਹਨੂੰ ਸਰਪ੍ਰਾਈਜ਼ ਚੈੱਕ ਕਰਨੇ ਚਾਹੀਦੇ ਨੇ ਟਾਈਮ ਟੂ ਟਾਈਮ ਕੈਸ਼ ਕਾਊਂਟ ਕਰਨ ਲਈ, ਕਿ ਜਿੰਨਾ ਕੈਸ਼ ਅਕਾਊਂਟਸ 'ਚ ਸ਼ੋ ਹੋ ਰਿਹਾ ਠੀਕ ਹੈ ਉਨਾ ਹੀ ਕੈਸ਼ ਹੈ। ਠੀਕ ਹੈ, ਮੈਚ ਹੋ ਰਿਹਾ ਫਿਜ਼ੀਕਲ ਕੈਸ਼ ਅਤੇ ਬੁੱਕਸ ਵਾਲਾ ਜਿਹੜਾ ਕੈਸ਼ ਹੈ। ਨੈਕਸਟ ਦੇਖੋ ਰਾਜੇ, ਇਹ ਸੀਗੀਆਂ ਸਾਰੀਆਂ ਕੈਸ਼ ਰਿਸਿਪਟ 'ਚ। ਠੀਕ ਹੈ, ਇੰਟਰਨਲ ਚੈੱਕ ਜਿਹੜੇ ਲੱਗ ਸਕਦੇ ਨੇ। ਹੁਣ ਆਪਾਂ ਦੇਖਦੇ ਹਾਂ ਕੈਸ਼ ਸੇਲਸ 'ਤੇ। ਠੀਕ ਹੈ, ਕੈਸ਼ ਸੇਲਸ ਹੈ ਨਹੀਂ ਵੈਸੇ ਕੋਈ ਖਾਸ, ਕੈਸ਼ ਪੇਮੈਂਟ ਦੇ ਦੇਖ ਲੈਂਦੇ ਹਾਂ। ਇੱਕ ਮਿੰਟ ਫੋਟੋ ਕਲਿੱਕ ਕਰ ਲੈਂਦੇ। ਠੀਕ ਹੈ, ਕੈਸ਼ ਪੇਮੈਂਟਸ ਦੇਖੋ ਰਾਜੇ, ਇਹਦੇ ਵਿੱਚ ਕੀ ਹੈ ਕਿ ਜਿਹੜਾ ਪਰਸਨ ਹੈ ਠੀਕ ਹੈ ਜਿੰਨੇ ਪੇਮੈਂਟ ਕਰਨੀ ਹੈ ਕੈਸ਼ ਪੇਮੈਂਟ, ਉਹਦਾ ਕੋਈ ਵੀ ਕਨੈਕਸ਼ਨ ਨਹੀਂ ਹੋਣਾ ਚਾਹੀਦਾ ਜਿੰਨੇ ਪੇਮੈਂਟ ਰਿਸੀਵ ਕਰਨੀ ਹੈ। ਠੀਕ ਹੈ, ਆਪਾਂ ਕੈਸ਼ ਰਿਸਿਪਟ ਵਿੱਚ ਵੀ ਇਹੀ ਕੀਤਾ ਸੀ ਨਾ ਕਿ ਕੈਸ਼ ਪੇਮੈਂਟ ਅਤੇ ਕੈਸ਼ ਰਿਸੀਵ ਕਰਨ ਵਾਲੇ ਪਰਸਨ ਕੀ ਨੇ, ਡਿਫਰੈਂਟ ਹੋਣੇ ਚਾਹੀਦੇ ਨੇ। ਠੀਕ ਹੈ, ਅਲੱਗ ਅਲੱਗ ਹੋਣੇ ਚਾਹੀਦੇ ਨੇ। ਕਹਿੰਦੇ ਜਿੱਥੋਂ ਤੱਕ ਵੀ ਪੋਸੀਬਲ ਹੈ, ਸੈਕਿੰਡ ਪੁਆਇੰਟ ਕੀ ਕਹਿੰਦਾ, ਜਿੱਥੋਂ ਤੱਕ ਵੀ ਪੋਸੀਬਲ ਆ ਪੇਮੈਂਟ ਕਿਵੇਂ ਹੋਣੀ ਚਾਹੀਦੀ ਹੈ, ਥਰੂ ਚੈੱਕਸ। ਠੀਕ ਹੈ, ਵੀ ਅਵੋਇਡ ਹੀ ਕਰਨੀ ਚਾਹੀਦੀ ਹੈ ਕੈਸ਼ ਪੇਮੈਂਟ। ਠੀਕ ਹੈ, ਪੇਮੈਂਟ ਕਿਹਦੇ ਨਾਲ ਪੋਸੀਬਲ ਹੋਣੀ ਚਾਹੀਦੀ ਹੈ, ਮੈਜੋਰਿਟੀ ਪੇਮੈਂਟਸ ਕਿਹਦੇ ਨਾਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਥਰੂ ਚੈੱਕਸ। ਠੀਕ ਹੈ, ਜਾਂ ਫਿਰ ਅੱਜ ਦੀ ਡੇਟ 'ਚ ਆਪਾਂ ਕੀ ਕਹਿ ਸਕਦੇ ਹਾਂ, ਥਰੂ ਇੰਟਰਨੈਟ ਬੈਂਕਿੰਗ। ਠੀਕ ਹੈ, ਕਿ ਸਿੱਧਾ ਅਕਾਊਂਟ 'ਚ ਟ੍ਰਾਂਸਫਰ ਕਰ ਦਿਓ। ਠੀਕ ਹੈ, ਇਹਦੇ ਪਿੱਛੇ ਰੀਜ਼ਨ ਕੀ ਹੈ ਕਿ ਚੈੱਕ ਦੇ ਫਰਾਡ ਕਰਨੇ ਕੰਪੈਰੇਟਿਵਲੀ ਔਖੇ ਹੁੰਦੇ ਆ ਇਨ ਕੰਪੈਰੀਜ਼ਨ ਟੂ ਕੈਸ਼ ਦਾ ਫਰਾਡ ਕਰਨਾ। ਠੀਕ ਹੈ, ਪਰ ਇਹਦੇ ਵਿੱਚ ਰਾਜੇ ਇਹ ਵੀ ਹੈ ਕਿ ਹੁਣ ਸਪੋਜ਼ ਜਿਹੜੀਆਂ ਪੈਟੀ ਕੈਸ਼ ਟ੍ਰਾਂਸੈਕਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਬੰਦਾ ਚੈੱਕ ਨਾਲ ਪਰਫੋਰਮ ਵੀ ਨਹੀਂ ਕਰ ਸਕਦਾ। ਠੀਕ ਹੈ, ਉਹਦੇ ਲਈ ਪੇਮੈਂਟ ਵੀ ਦੇਣੀ ਪੈਂਦੀ ਹੈ। ਸੋ ਉਹਦੇ 'ਤੇ ਕੀ ਹੈ, ਪ੍ਰੋਪਰ ਆਥਰਾਈਜੇਸ਼ਨ ਰੱਖਣੀ ਚਾਹੀਦੀ ਹੈ। ਪਲੱਸ ਇਹਦੇ ਵਿੱਚ ਉਹੀ ਚੈੱਕ ਵਾਲਾ ਪੁਆਇੰਟ ਹੈ ਕਿ ਚੈੱਕ ਕੀ ਹੋਣਾ ਚਾਹੀਦਾ, ਕ੍ਰੋਸਡ ਹੋਣਾ ਚਾਹੀਦਾ। ਠੀਕ ਹੈ, ਤਾਂ ਕਿ ਉਹਨੂੰ ਕੋਈ ਵੀ ਪਰਸਨ ਕੈਸ਼ ਨਾ ਕਰਾਵੇ, ਉਹ ਕੀ ਹੈ ਸਿੱਧਾ ਉਸੇ ਪਰਸਨ ਦੇ ਅਕਾਊਂਟ 'ਚ ਜਾਵੇ ਜਿਹਦਾ ਉਹਦੇ 'ਤੇ ਨੇਮ ਮੈਂਸ਼ਨਡ ਹੈ। ਠੀਕ ਹੈ, ਨੈਕਸਟ ਇਹਦੇ ਵਿੱਚ ਪੁਆਇੰਟ ਹੈ ਰਾਜੇ ਕਿ ਜਿਹੜਾ ਇੰਡੀਵਿਜੂਅਲ ਜਾਂ ਜਿਹੜੇ ਇੰਪਲੋਈ ਨੇ ਚੈੱਕ ਸਾਈਨ ਕਰਨਾ, ਠੀਕ ਹੈ, ਉਹ ਕੀ ਹੈ ਡਿਫਰੈਂਟ ਹੋਣਾ ਚਾਹੀਦਾ ਕਿਹਦੇ ਨਾਲੋਂ, ਜਿਹੜੇ ਇੰਪਲੋਈ ਨੇ ਚੈੱਕ ਬਣਾਉਣਾ। ਠੀਕ ਹੈ, ਚੈੱਕ ਬਣਾਉਣ ਵਾਲੇ ਅਤੇ ਚੈੱਕ ਸਾਈਨ ਕਰਨ ਵਾਲੇ ਇੰਪਲੋਈਜ਼ ਕੀ ਨੇ, ਡਿਫਰੈਂਟ ਹੋਣੇ ਚਾਹੀਦੇ ਨੇ। ਨੈਕਸਟ ਦੇਖੋ ਰਾਜੇ, ਜਿਹੜੀ ਪੇਮੈਂਟ ਹੁੰਦੀ ਹੈ ਕੰਪਨੀ ਵਿੱਚ, ਠੀਕ ਹੈ, ਉਹ ਕਿਹਦੇ ਬੇਸ 'ਤੇ ਹੁੰਦੀ ਹੈ, ਜਦੋਂ ਕੋਈ ਇਨਵੋਇਸ ਆਇਆ ਜਾਂ ਡਾਕੂਮੈਂਟ ਆਇਆ ਪੇਮੈਂਟ ਲਈ, ਹੈ ਨਾ, ਕ੍ਰੈਡੀਟਰ ਵੱਲੋਂ ਜਾਂ ਕਿਸੇ ਸਪਲਾਇਰ ਵੱਲੋਂ। ਠੀਕ ਹੈ, ਉਦੋਂ ਹੀ ਪੇਮੈਂਟ ਹੋਏਗੀ। ਠੀਕ ਹੈ, ਸੋ ਜਿਹੜੇ ਉਹ ਵਾਊਚਰ ਨੇ ਜਿਨ੍ਹਾਂ ਦੇ ਬੇਸ 'ਤੇ ਉਹ ਪੇਮੈਂਟ ਕੀਤੀ ਜਾ ਰਹੀ ਹੈ, ਠੀਕ ਹੈ, ਉਹਨਾਂ ਨੂੰ ਵੀ ਕੈਂਸਲ ਕਰ ਦੇਣਾ ਚਾਹੀਦਾ ਵੀ ਹਾਂ ਇਹਨਾਂ ਦੀ ਪੇਮੈਂਟ ਹੋ ਗਈ, ਤਾਂ ਕੀ ਹੈ ਵੀ ਉਹ ਵਾਊਚਰ 'ਤੇ ਜਾਂ ਇਨਵੋਇਸ 'ਤੇ 2 ਵਾਰੀ ਪੇਮੈਂਟ ਨਾ ਹੋ ਜਾਵੇ। ਠੀਕ ਹੈ, ਉਹਨਾਂ ਨੂੰ ਕੀ ਹੈ ਚੈੱਕ ਇਸ਼ੂ ਕਰਨ ਤੋਂ ਪਹਿਲਾਂ, ਠੀਕ ਹੈ, ਕ੍ਰੋਸ ਕਰਕੇ ਕੈਂਸਲ ਕਰ ਦੇਣਾ ਚਾਹੀਦਾ ਵੀ ਇਹਨਾਂ 'ਤੇ ਪੇਮੈਂਟ ਹੋ ਚੁੱਕੀ ਹੈ, ਉਹਨਾਂ 'ਤੇ ਸਟੈਂਪ ਲਾ ਦੇਣ ਵੀ ਪੇਡ ਔਨ ਦਿਸ ਡੇਟ। ਠੀਕ ਹੈ, ਨੈਕਸਟ ਦੇਖੋ ਰਾਜੇ ਕਿ ਕੋਈ ਇੱਕ ਓਫੀਸ਼ੀਅਲ ਜਾਂ ਰਿਸਪੋਂਸੀਬਲ ਇੰਪਲੋਈ ਹੋਣਾ ਚਾਹੀਦਾ। ਠੀਕ ਹੈ, ਜਿਹੜਾ ਇਹ ਦੇਖੇ ਵੀ ਕਿਹੜੇ ਕ੍ਰੈਡੀਟਰ ਨੂੰ ਪੇਮੈਂਟ ਹੋਣੀ ਹੈ, ਠੀਕ ਹੈ, ਕਿਹੜੇ ਇਨਵੋਇਸ 'ਤੇ ਹੋਣੀ ਹੈ, ਉਹਦੇ ਲੈਜਰ ਚੈੱਕ ਕਰੇ, ਪ੍ਰੋਪਰ ਵੈਰੀਫਿਕੇਸ਼ਨ ਕਰੇ ਵੀ ਇਹ ਵਾਕਈ ਹੀ ਕੰਪਨੀ ਦਾ ਕ੍ਰੈਡੀਟਰ ਹੈ। ਠੀਕ ਹੈ, ਕਿਸੇ ਪਰਸਨਲ ਇੰਡੀਵਿਜੂਅਲ ਦਾ ਕ੍ਰੈਡੀਟਰ ਤਾਂ ਨਹੀਂ ਗਾ। ਠੀਕ ਹੈ, ਉਸ ਤੋਂ ਬਾਅਦ ਹੀ ਉਹਦੇ ਕ੍ਰੈਡੀਟਰ ਦੇ ਫੇਵਰ 'ਚ ਚੈੱਕ ਡਰਾ ਹੋਣਾ ਚਾਹੀਦਾ। ਠੀਕ ਹੈ, ਇਸ ਪੁਆਇੰਟ ਦਾ ਮੇਜਰਲੀ ਮਤਲਬ ਕੀ ਹੈ ਕਿ ਜਿਹੜੀ ਕ੍ਰੈਡੀਟਰ ਨੂੰ ਪੇਮੈਂਟ ਕਰਨੀ ਹੈ, ਠੀਕ ਹੈ, ਉਹਦੀ ਪ੍ਰੋਪਰ
ਚੈਕਿੰਗ ਹੋਵੇ ਵੀ ਉਹ ਕ੍ਰੈਡੀਟਰ ਕੰਪਨੀ ਦਾ ਹੀ ਕ੍ਰੈਡੀਟਰ ਹੈ, ਠੀਕ ਹੈ। ਐਕਚੁਅਲ ਜੋ ਕ੍ਰੈਡੀਟਰ ਹੈ ਉਹ ਕ੍ਰੈਡੀਟਰ ਕਿਵੇਂ ਬਣਿਆ, ਠੀਕ ਹੈ। ਉਹਦੇ ਤੋਂ ਕੰਪਨੀ ਨੂੰ ਕੀ ਸਪਲਾਈ ਆਈ ਸੀ, ਜਾਂ ਉਹਨੇ ਕੰਪਨੀ ਨੇ ਕੀ ਪਰਚੇਜ਼ ਕੀਤਾ ਸੀ, ਜਾਂ ਕੰਪਨੀ ਨੇ ਉਹਦੇ ਤੋਂ ਕੀ ਲੋਨ ਵਗੈਰਾ ਲਿੱਤਾ ਸੀਗਾ, ਠੀਕ ਹੈ। ਇਹ ਵੈਰੀਫਾਈ ਕਰਨ ਤੋਂ ਬਾਅਦ ਹੀ ਉਹਦੇ ਨਾਮ 'ਤੇ ਚੈੱਕ ਡਰਾ ਹੋਣਾ ਚਾਹੀਦਾ, ਠੀਕ ਹੈ। ਨੈਕਸਟ ਦੇਖੋ ਰਾਜੇ, ਨੈਕਸਟ ਪੁਆਇੰਟ 'ਚ ਕੀ ਕਹਿੰਦੇ ਵੀ ਕੋਈ ਵੀ ਪੇਮੈਂਟ ਵੈਰੀਫਾਈ ਕਰਨ ਲਈ, ਠੀਕ ਹੈ, ਜਿਹੜੀ ਸਪੈਸ਼ਲ ਕਿਸੇ ਨੇਚਰ ਦੀ ਹੋਵੇ, ਸਪੋਜ਼ ਕਿਸੇ ਕ੍ਰੈਡੀਟਰ ਨੂੰ ਨਹੀਂ ਹੋ ਰਹੀ, ਕਿਸੇ ਡਾਇਰੈਕਟਰ ਨੂੰ ਕਰ ਰਹੇ ਆ, ਜਾਂ ਕੋਈ ਇੰਪਲੋਈ ਬੁਲਾਇਆ, ਕੋਈ ਇੰਡੀਵਿਜੂਅਲ ਬੁਲਾਇਆ ਸੀਗਾ ਜਿਹਨੇ ਕੰਪਨੀ 'ਚ ਆ ਕੇ ਇੰਪਲੋਈਜ਼ ਨੂੰ ਕੋਈ ਲੈਕਚਰ ਦਿੱਤਾ ਹੈ, ਮੋਟੀਵੇਟ ਕੀਤਾ ਹੈ, ਜਾਂ ਫਿਰ ਕਿਸੇ ਹੋਰ ਸਪੈਸ਼ਲ ਨੇਚਰ ਦੀ ਕੋਈ ਟ੍ਰਾਂਜੈਕਸ਼ਨ ਹੈ, ਠੀਕ ਹੈ, ਜਿਹੜੀ ਕ੍ਰੈਡੀਟਰ ਨੂੰ ਨਾ ਛੱਡ ਕੇ ਕਿਸੇ ਹੋਰ ਇੰਡੀਵਿਜੂਅਲ ਨੂੰ ਕੀਤੀ ਹੋਵੇ ਫॉर ਸਪੈਸੀਫਿਕ ਪਰਪਸ, ਠੀਕ ਹੈ। ਉਹ ਪੇਮੈਂਟ ਕਰਨ ਦੀ ਜਿਹੜੀ ਪਾਵਰ ਹੈ ਕਿਹਦੇ ਕੋਲ ਹੋਣੀ ਚਾਹੀਦੀ ਹੈ, ਜਿਹੜੇ ਸੀਨੀਅਰ ਆਫਿਸਰਸ ਹੁੰਦੇ ਨੇ ਕੰਪਨੀ 'ਚ, ਸਿਰਫ ਉਹਨਾਂ ਕੋਲ ਹੋਣੀ ਚਾਹੀਦੀ ਹੈ। ਲਾਈਕ ਬੋਰਡ ਆਫ ਡਾਇਰੈਕਟਰਸ ਹੋ ਗਏ, ਜਾਂ CEO ਹੋ ਗਿਆ ਕੰਪਨੀ ਦਾ, ਜਾਂ CFO ਹੋ ਗਿਆ, ਠੀਕ ਹੈ, ਜਿਹੜੇ ਹਾਇਰ ਪੋਜੀਸ਼ਨਸ ਹੁੰਦੀਆਂ ਨੇ, ਠੀਕ ਹੈ। ਸਿਰਫ ਉਹਨਾਂ ਕੋਲ ਹੀ ਇਹ ਕੀ ਹੋਣੀ ਚਾਹੀਦੀ ਹੈ, ਪਾਵਰ ਹੋਣੀ ਚਾਹੀਦੀ ਹੈ ਕੋਈ ਸਪੈਸ਼ਲ ਨੇਚਰ ਦੀ ਪੇਮੈਂਟ ਕਰਨ ਦੀ। ਨੈਕਸਟ ਦੇਖੋ ਰਾਜੇ, ਜਦੋਂ ਕ੍ਰੈਡੀਟਰਸ ਨੂੰ ਆਪਾਂ ਚੈੱਕ ਬਣਾ ਕੇ ਦੇ ਦਿੰਦੇ ਹਾਂ, ਠੀਕ ਹੈ, ਕ੍ਰੈਡੀਟਰ ਨੂੰ ਹੁਣ ਪੇਮੈਂਟ ਮਿਲ ਗਈ, ਤਾਂ ਕ੍ਰੈਡੀਟਰ ਨੂੰ ਡਾਇਰੈਕਟਲੀ ਪੁੱਛਣਾ ਚਾਹੀਦਾ ਵੀ ਹਾਂ ਤੁਹਾਨੂੰ ਅਸੀਂ ਪੇਮੈਂਟ ਕੀਤੀ ਸੀ, ਕੀ ਤੁਹਾਨੂੰ ਮਿਲ ਗਈ, ਠੀਕ ਹੈ। ਜੇ ਤਾਂ ਕ੍ਰੈਡੀਟਰ ਨੂੰ ਮਿਲ ਜਾਂਦੀ ਹੈ ਫਿਰ ਤਾਂ ਮਤਲਬ ਪੈਸੇ ਸਹੀ ਥਾਂ 'ਤੇ ਗਏ ਹੈ। ਜੇ ਕ੍ਰੈਡੀਟਰ ਨੂੰ ਨਹੀਂ ਮਿਲੀ ਦੈਟ ਮੀਨਸ ਕੋਈ ਨਾ ਕੋਈ ਐਰਰ ਹੈ ਜਾਂ ਫਰੋਡ ਹੈ, ਠੀਕ ਹੈ ਕਿ ਇਸ ਪੁਆਇੰਟ ਦਾ ਮੇਨ ਮਤਲਬ ਕਿ ਤੁਸੀਂ ਕਨਫਰਮ ਕਰਨਾ ਹੈ ਕਿ ਕ੍ਰੈਡੀਟਰ ਨੂੰ ਪੇਮੈਂਟ ਮਿਲ ਗਈ, ਠੀਕ ਹੈ, ਕਿ ਨਹੀਂ ਮਿਲੀ, ਠੀਕ ਹੈ। ਨੈਕਸਟ ਦੇਖੋ ਰਾਜੇ, ਇੱਕ ਮਿੰਟ ਮੈਂ ਕਲਿੱਕ ਕਰਦੀ ਹਾਂ। ਨੈਕਸਟ ਪੁਆਇੰਟ ਹੈ ਰਾਜੇ, ਇਹਦੇ ਵਿੱਚ ਕੀ ਕਹਿੰਦੇ ਹੈ ਕਿ ਬੈਂਕ ਰੀਕਨਸਿਲੇਸ਼ਨ ਸਟੇਟਮੈਂਟ ਬਣਾਉਣੀ ਚਾਹੀਦੀ ਹੈ ਟਾਈਮ ਟੂ ਟਾਈਮ 'ਤੇ, ਠੀਕ ਹੈ, ਰੀਕਨਸਾਈਲ ਕਰਨ ਲਈ ਕਿਆ ਦਾ ਬੈਂਕ ਬੈਲੈਂਸ ਪਲੱਸ ਜਿਹੜਾ ਕੈਸ਼ ਬੈਲੈਂਸ ਪਿਆ ਹੁੰਦਾ ਕੈਸ਼ੀਅਰ ਕੋਲ, ਠੀਕ ਹੈ। ਉਹੀ ਸੇਮ ਪੁਆਇੰਟ ਜਿਹੜਾ ਆਪਾਂ ਰਿਸਿਪਟ 'ਚ ਕਰਕੇ ਆਏ ਹਾਂ। ਦੈਨ ਜਿਹੜੇ ਬੈਂਕ ਦੇ ਚੈੱਕਸ ਹੈ ਰਾਜੇ, ਠੀਕ ਹੈ, ਉਹ ਜਿਹੜੇ ਅਨਯੂਜ਼ਡ ਚੈੱਕ ਹੁੰਦੇ ਆ, ਜਾਂ ਜਿਹੜੀ ਅਨਯੂਜ਼ਡ ਚੈੱਕ ਬੁੱਕ ਹੁੰਦੀ ਹੈ, ਠੀਕ ਹੈ, ਉਹ ਕਿੱਥੇ ਹੋਣੀ ਚਾਹੀਦੀ ਹੈ, ਇੱਕ ਪ੍ਰੋਪਰ ਲੋਕਰ 'ਚ ਹੋਣੀ ਚਾਹੀਦੀ ਹੈ, ਅਤੇ ਉਹਦੀ ਜਿਹੜੀ ਕੀ ਹੈ ਜਾਂ ਚਾਬੀ ਆ ਉਹ ਕਿਹਦੇ ਕੋਲ ਹੋਵੇ, ਕਿਸੇ ਨਾ ਕਿਸੇ ਰਿਸਪੋਂਸੀਬਲ ਆਫਿਸਰ ਕੋਲ, ਠੀਕ ਹੈ। ਉਸ ਤੋਂ ਬਾਅਦ ਕੀ ਕਹਿੰਦੇ ਵੀ ਆਪਾਂ ਜੇ ਕਿਸੇ ਨੂੰ ਵੀ ਪੇਮੈਂਟ ਕਰਦੇ ਹਾਂ ਤਾਂ ਉਹਦੇ ਤੋਂ ਆਪਾਂ ਨੂੰ ਕੀ ਹੈ, ਰਿਸਿਪਟ ਲੈਣੀ ਚਾਹੀਦੀ ਹੈ ਵੀ ਹਾਂ ਸਾਨੂੰ ਪੇਮੈਂਟ ਮਿਲ ਗਈ, ਠੀਕ ਹੈ। ਜੇ ਕਿਸੇ ਵੀ ਕ੍ਰੈਡੀਟਰ ਨੂੰ ਜਾਂ ਕਿਸੇ ਵੀ ਇੰਡੀਵਿਜੂਅਲ ਨੂੰ ਪੇਮੈਂਟ ਕਰ ਰਹੇ ਹਾਂ ਤਾਂ ਕੀ ਉਹਦੇ ਤੋਂ, ਠੀਕ ਹੈ, ਸਾਈਨ ਲੈਣੇ ਚਾਹੀਦੇ ਆ ਵੀ ਹਾਂ ਸਾਨੂੰ ਪੇਮੈਂਟ ਮਿਲ ਗਈ, ਠੀਕ ਹੈ, ਵੀ ਪੇਮੈਂਟ ਸਾਨੂੰ ਰਿਸੀਵ ਹੋ ਗਈ। ਜਿਵੇਂ ਬੈਂਕ ਵਾਲੇ ਵੀ ਤੁਹਾਡੇ ਸਾਈਨ ਲੈਂਦੇ ਹੁੰਦੇ ਆ ਨਾ ਵੀ ਹਾਂ ਤੁਹਾਡੇ ਕੈਸ਼ ਡਿਪੋਜ਼ਿਟ ਹੋ ਚੁੱਕਿਆ, ਸੇਮ ਵੇ ਨਾਲ, ਠੀਕ ਹੈ, ਇੱਕ ਰਿਸਿਪਟ ਲੈਣੀ ਚਾਹੀਦੀ ਹੈ ਕਿ ਹਾਂ ਪੇਮੈਂਟ ਮਿਲ ਚੁੱਕੀ ਹੈ ਜੀ। ਇਹਦੇ ਵਿੱਚ ਨੈਕਸਟ ਕੀ ਕਹਿੰਦੇ ਆ ਵੀ ਇਹੋ ਜਿਹੇ ਜਿਹੜੀਆਂ ਰਿਸਿਪਟਸ ਹੁੰਦੀਆਂ ਨੇ ਜਿਹੜੀਆਂ ਕ੍ਰੈਡੀਟਰਸ ਤੋਂ ਜਾਂ ਕਿਸੇ ਹੋਰ ਇੰਡੀਵਿਜੂਅਲ ਤੋਂ ਲਿੱਤੀਆਂ ਹੁੰਦੀਆਂ ਨੇ ਪੇਮੈਂਟ ਦੇ ਅਗੇਂਸਟ, ਠੀਕ ਹੈ, ਉਹਨਾਂ ਨੂੰ ਉਹਦੇ ਵਿੱਚ ਕੀ ਹੈ ਕਿ ਉਹਨਾਂ ਨੂੰ ਪ੍ਰੋਪਰਲੀ ਫਾਈਲ ਕਰਨਾ ਚਾਹੀਦਾ ਵੀ ਹਾਂ ਕਿਹੜੀ ਸੀਰੀਅਲ ਆਰਡਰ ਵਾਈਜ਼ ਜਾਂ ਡੇਟ ਵਾਈਜ਼ ਕਿ ਹਾਂ ਕਿੱਦਣ ਕਿਹੜੀ ਰਿਸਿਪਟ ਮਿਲੀ ਸੀਗੀ ਪੇਮੈਂਟ ਦੇ ਅਗੇਂਸਟ, ਠੀਕ ਹੈ, ਤਾਂ ਕਿ ਕੀ ਹੈ ਕਿ ਜੇ ਇਹ ਵੀ ਕ੍ਰੋਸ ਵੈਰੀਫਾਈ ਕਰਨਾ ਹੋਵੇ ਕਿ ਕਿਹੜਾ ਚੈੱਕ ਕਿਹਦੇ ਕੋਲ ਗਿਆ ਸੀਗਾ ਜਾਂ ਕਿਹਨੂੰ ਕਿਹੜੀ ਪੇਮੈਂਟ ਕੀਤੀ ਸੀਗੀ, ਉਹ ਵੈਰੀਫਾਈ ਹੋ ਸਕੇ। ਨੈਕਸਟ ਦੇਖੋ ਰਾਜੇ, ਪੈਟੀ ਕੈਸ਼ ਪੇਮੈਂਟਸ, ਠੀਕ ਹੈ। ਪੈਟੀ ਕੈਸ਼ ਪੇਮੈਂਟ 'ਚ ਕੀ ਆ ਜਾਂਦਾ ਕਿ ਇੱਕ ਪੈਟੀ ਕੈਸ਼ੀਅਰ ਹੋਣਾ ਚਾਹੀਦਾ, ਠੀਕ ਹੈ, ਜਿਹਦੀ ਜ਼ਿੰਮੇਵਾਰੀ ਕੀ ਹੈ ਕਿ ਸਿਰਫ ਉਹਨੇ ਕੀ ਕਰਨਾ, ਪੈਟੀ ਕੈਸ਼ ਟ੍ਰਾਂਜੈਕਸ਼ਨਸ ਹੀ ਕਰਨੀ ਹੈ, ਫਿਰ ਭਾਵੇਂ ਰਿਸਿਪਟ ਹੈ ਕਿ ਪੇਮੈਂਟ ਹੈ, ਠੀਕ ਹੈ। ਤਾਂ ਜਿੱਥੋਂ ਤੱਕ ਹੋ ਸਕੇ ਜਿਹੜੀ ਪੈਟੀ ਕੈਸ਼ ਟ੍ਰਾਂਜੈਕਸ਼ਨ ਹੈ ਉਹ ਕਿਹਦੇ 'ਚ ਰੱਖਣੀ ਚਾਹੀਦੀ ਹੈ, ਇੰਪ੍ਰੈਸਡ ਸਿਸਟਮ 'ਚ ਰੱਖਣੀ ਚਾਹੀਦੀ ਹੈ, ਠੀਕ ਹੈ। ਇੰਪ੍ਰੈਸਡ ਸਿਸਟਮ ਯਾਦ ਹੈ ਨਾ, ਸਿਸਟਮ ਕੀ ਹੁੰਦਾ ਸੀਗਾ ਕਿ
ਜਦੋਂ ਜਿਵੇਂ ਸਪੋਜ਼ 1000 ਰੁਪੀਜ਼ ਫਿਕਸ ਕਰਤੇ ਕਿ ਮਹੀਨੇ ਦੇ 1000 ਰੁਪੀਜ਼ ਹੀ ਰੱਖਣੇ ਆ ਸਾਈਡ 'ਤੇ ਪੈਟੀ ਕੈਸ਼ ਟ੍ਰਾਂਜੈਕਸ਼ਨ ਲਈ, ਅਤੇ ਉਸ 'ਚੋਂ ਜੇ 800 ਰੁਪੀਜ਼ ਲੱਗੇ ਆ, 200 ਰੁਪੀਜ਼ ਰਹਿੰਦਾ ਨਾ ਪੈਟੀ ਕੈਸ਼ੀਅਰ ਕੋਲ, ਤਾਂ ਜਿਹੜਾ 800 ਰੁਪੀਜ਼ ਖਰਚਾ ਹੋਇਆ ਸਿਰਫ ਉਹੀ 800 ਰੁਪੀਜ਼ ਉਹਨੂੰ ਦਿੱਤਾ ਜਾਊਗਾ। ਮਤਲਬ ਇਨ ਹੋਲ ਟੋਟਲ ਅਮਾਊਂਟ ਪੈਟੀ ਕੈਸ਼ੀਅਰ ਕੋਲ ਕਿੰਨੀ ਰਹੇਗੀ ਮਹੀਨੇ ਦੇ ਸਟਾਰਟਿੰਗ ਵਿੱਚ 1000 ਰੁਪੀਜ਼ ਦੀ ਰਹੇਗੀ। ਠੀਕ ਹੈ। ਵੈਸੇ ਤਾਂ ਕੀ ਹੁੰਦਾ ਮੋਸਟਲੀ ਪੈਟੀ ਕੈਸ਼ ਪੇਮੈਂਟਸ ਵਿੱਚ ਜਿਹੜੀਆਂ ਇਨਵੋਇਸ ਹੁੰਦੇ ਆ, ਵਾਊਚਰਸ ਹੁੰਦੇ ਆ, ਉਹ ਨਹੀਂ ਮਿਲਦੇ ਕਿਉਂਕਿ ਛੋਟੀਆਂ ਛੋਟੀਆਂ ਟ੍ਰਾਂਜੈਕਸ਼ਨਸ ਹੁੰਦੀਆਂ ਹੈ ਨਾ। ਰਿਕਸ਼ੇ ਵਾਲੇ ਨੂੰ ਪੇਮੈਂਟ ਕਰਤੀ, ਚਾਹ ਵਾਲੇ ਨੂੰ ਪੇਮੈਂਟ ਕਰਤੀ, ਬਟ ਕਹਿੰਦੇ ਆ ਫਿਰ ਵੀ ਜਿੱਥੋਂ ਤੱਕ ਪੋਸੀਬਲ ਆ ਉੱਥੋਂ ਤੱਕ ਜਿਹੜੇ ਵਾਊਚਰ ਹੈ ਉਹ ਲੈਣੇ ਚਾਹੀਦੇ ਹੈ। ਠੀਕ ਹੈ। ਜਾਂ ਫਿਰ ਕੀ ਹੈ ਕਿ ਜਿਹਨੂੰ ਤੁਸੀਂ ਪੇਮੈਂਟ ਦੇ ਰਹੇ ਹੋ ਪੈਟੀ ਟ੍ਰਾਂਜੈਕਸ਼ਨਸ 'ਚੋਂ, ਉਹਦੇ ਤੋਂ ਤੁਸੀਂ ਕੋਈ ਨਾ ਕੋਈ ਰਿਸਿਪਟ ਲਓ ਵੀ ਹਾਂ ਮੈਨੂੰ ਪੇਮੈਂਟ ਮਿਲ ਚੁੱਕੀ ਹੈ। ਠੀਕ ਹੈ। ਇਹਦੇ ਵਿੱਚ ਵੀ ਕੀ ਹੈ ਰਾਜੇ, ਸੇਮ ਪੁਆਇੰਟ ਹੈ ਕਿ ਜਿਹੜੀਆਂ ਰਿਸਿਪਟਸ ਹੈ ਉਹਨਾਂ ਨੂੰ ਪ੍ਰੋਪਰਲੀ ਡਾਕੂਮੈਂਟੇਸ਼ਨ ਰੱਖਣੀ ਚਾਹੀਦੀ ਹੈ। ਠੀਕ ਹੈ। ਟਾਈਮ ਡੇਟ ਵਾਈਜ਼, ਅਤੇ ਠੀਕ ਹੈ, ਤਾਂ ਕਿ ਕੱਲ੍ਹ ਨੂੰ ਜੇ ਕੋਈ ਪ੍ਰੋਬਲਮ ਆਵੇ ਤਾਂ ਉਹਦੇ 'ਚੋਂ ਕਨਫਰਮ ਕੀਤਾ ਜਾਵੇ ਵੀ ਕਿਹੜੀ ਪੇਮੈਂਟ ਕਿਹਨੂੰ ਹੋਈ ਹੈ। ਠੀਕ ਹੈ। ਦੈਨ ਇਹਦੇ 'ਤੇ ਵੀ ਕੀ ਹੈ ਕਿ ਜਿਹੜਾ ਪੈਟੀ ਕੈਸ਼ ਹੈ ਇਹਦੇ 'ਤੇ ਵੀ ਕੀ ਹੈ ਫਰੀਕੁਐਂਟ ਚੈੱਕ ਰੱਖਣੇ ਚਾਹੀਦੇ ਆ, ਸਰਪ੍ਰਾਈਜ਼ ਚੈੱਕ ਕੈਸ਼ੀਅਰ ਵੱਲੋਂ। ਠੀਕ ਹੈ। ਕਿ ਪੇਮੈਂਟ ਜਾਂ ਜਿਹੜੀ ਰਿਸਿਪਟ ਨੇ ਪੈਟੀ ਪੇਮੈਂਟਸ ਨੇ ਉਹ ਢੰਗ ਨਾਲ ਹੋ ਰਹੀਆਂ ਕਿ ਨਹੀਂ। ਠੀਕ ਹੈ। ਨੈਕਸਟ ਦੇਖੋ ਰਾਜੇ, ਇੰਟਰਨਲ ਚੈੱਕ ਵਿਦ ਰਿਗਾਰਡ ਟੂ ਵੇਜਿਸ। ਠੀਕ ਹੈ। ਵੇਜਿਸ ਵਿੱਚ ਰਾਜੇ ਜਿਹੜਾ ਇੰਟਰਨਲ ਚੈੱਕ ਹੈ ਨਾ ਉਹ ਲਾਣਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਇਹਦੇ ਵਿੱਚ ਕੀ ਹੈ ਨੋਰਮਲੀ ਨਾ ਲੋਕੀ ਡੰਮੀ ਵਰਕਰਸ ਬਣਾ ਕੇ ਉਹਨਾਂ ਦੀਆਂ ਪੇਮੈਂਟ ਆਪ ਲੈ ਲੈਂਦੇ ਆ। ਡੰਮੀ ਵਰਕਰ ਕਿਵੇਂ ਬਣਾ ਕੇ, ਸਪੋਜ਼ ਕਿ ਮੈਂ ਕੋਈ ਕੰਟਰੈਕਟਰ ਆ ਕਿਸੇ ਕੰਪਨੀ ਵਿੱਚ। ਠੀਕ ਹੈ। ਮੈਨੂੰ ਕੰਪਨੀ ਨੇ ਕਿਹਾ ਵੀ ਤੁਸੀਂ 50 ਬੰਦੇ ਲੈ ਕੇ ਆਓ ਕੰਮ ਕਰਨ ਲਈ। ਠੀਕ ਹੈ। ਹਫਤੇ ਦਾ ਕੰਮ ਕਰਾਉਣਾ ਅਤੇ ਸਾਨੂੰ 50 ਬੰਦੇ ਚਾਹੀਦੇ ਨੇ, ਅਤੇ ਮੈਂ ਕੀ ਕੀਤਾ, ਮੈਂ 40% ਲੈ ਜਾਂਦੀ ਹਾਂ। ਠੀਕ ਹੈ। ਬਟ ਮੈਂ ਕੰਪਨੀ ਨੂੰ ਕੀ ਸ਼ੋਅ ਕਰਦੀ ਹਾਂ ਕਿ ਮੈਂ 50 ਬੰਦੇ ਹੀ ਲੈ ਕੇ ਆਈ ਹਾਂ। ਸੋ ਕੰਪਨੀ ਹੁਣ ਮੈਨੂੰ ਪੇਮੈਂਟ ਕਿੰਨਿਆਂ ਦੀ ਦੇਵੇਗੀ, 50 ਦੀ ਦੇਵੇਗੀ। ਠੀਕ ਹੈ। ਅਤੇ ਹੁਣ ਮੈਂ ਅੱਗੋਂ ਪੇਮੈਂਟ ਕਿੰਨਾਂ ਨੂੰ ਦੇ ਰਹੀ ਹਾਂ, 40 ਇੰਡੀਵਿਜੂਅਲਸ ਨੂੰ। ਠੀਕ ਹੈ। 40% ਜਿਹੜੀ ਮੈਂ ਲੈ ਕੇ ਆਈ ਹਾਂ ਕੰਮ ਕਰਵਾਉਣ ਲਈ, ਅਤੇ ਬਾਕੀ ਦੇ ਜਿਹੜੇ 10 ਆ ਉਹਨਾਂ ਦੀ ਪੇਮੈਂਟ ਕਿਹਦੇ ਕੋਲ ਜਾ ਰਹੀ ਹੈ, ਮੇਰੇ ਕੋਲ ਜਾ ਰਹੀ ਹੈ। ਠੀਕ ਹੈ। ਉਹ ਜਿਹੜੇ ਬਾਕੀ ਦੇ 10 ਜਾਣੇ ਨਹੀਂ ਆਏ, ਠੀਕ ਹੈ, ਪਰ ਜਿਨ੍ਹਾਂ ਦੀ ਕੰਪਨੀ ਪੇਮੈਂਟ ਕਰ ਰਹੀ ਹੈ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਡੰਮੀ ਵਰਕਰਸ। ਠੀਕ ਹੈ। ਸੋ ਇਹ ਡੰਮੀ ਵਰਕਰਸ ਦਾ ਜਿਹੜਾ ਕੰਸੈਪਟ ਹੈ ਰਾਜੇ, ਇਹਦੇ ਨਾਲ ਬਹੁਤ ਸਾਰੇ ਫਰੋਡ ਹੁੰਦੇ ਆ ਵੇਜਿਸ 'ਚ। ਠੀਕ ਹੈ। ਸੋ ਵੇਜਿਸ 'ਤੇ ਇੰਟਰਨਲ ਚੈੱਕ ਰੱਖਣਾ ਬਹੁਤ ਜ਼ਰੂਰੀ ਹੈ। ਠੀਕ ਹੈ। ਪਲੱਸ ਇਹਦੇ ਵਿੱਚ ਇਹਨਾਂ ਨੇ 2 ਹੋਰ ਦਿੱਤੇ ਹੋਏ ਆ ਕਿ ਕੋਈ ਵੀ ਇਨਕਰੈਕਟ ਟਾਈਮ ਜਾਂ ਪੀਸ ਵਰਕ ਪੇਮੈਂਟ ਅਵੋਇਡ ਕਰਨ ਲਈ। ਠੀਕ ਹੈ। ਇਹ ਤਾਂ ਤੁਹਾਨੂੰ ਪਤਾ ਹੀ ਹੋਊਗਾ ਨਾ, ਟਾਈਮ ਔਰ ਪੀਸ ਵਰਕ ਪੇਮੈਂਟ ਕੀ ਹੁੰਦੀਆਂ ਨੇ। ਠੀਕ ਹੈ। ਜਿਹੜੀ ਟਾਈਮ ਦੇ ਬੇਸ 'ਤੇ ਦਿੱਤੀ ਜਾਂਦੀ ਹੈ ਉਹ ਕੀ ਹੁੰਦੀ ਹੈ, ਟਾਈਮ ਵਾਲੀ। ਜਿਹੜੀ ਪੀਸ ਵਰਕ 'ਚ ਕਿਹੜੀ ਹੁੰਦੀ ਹੈ, ਜਿਹੜੀ ਕੰਮ ਦੇ ਬੇਸ 'ਤੇ ਦਿੱਤੀ ਜਾਂਦੀ ਹੈ ਕਿ ਕਿੰਨਾ ਕੰਮ ਕੀਤਾ। ਜਿਵੇਂ ਹੁਣ ਬ੍ਰੈਡ ਬਣਾਉਣ ਵਾਲੀ ਫੈਕਟਰੀ ਹੈ। ਠੀਕ ਹੈ। ਉਹਦੇ ਵਿੱਚ ਪੇਮੈਂਟ ਕਿਹਦੇ ਹਿਸਾਬ ਨਾਲ ਮਿਲਦੀ ਹੈ ਕਿ ਕਿੰਨੇ ਬ੍ਰੈਡ ਬਣਾਏ ਹੈ। ਠੀਕ ਹੈ। ਉੱਥੇ ਪੇਮੈਂਟ ਕਿਹਦੇ ਬੇਸ 'ਤੇ ਹੁੰਦੀ ਹੈ, ਪੀਸ ਵਰਕ 'ਤੇ। ਠੀਕ ਹੈ। ਅਤੇ ਉੱਥੇ ਕਈ ਵਾਰੀ ਲੋਕ ਕੀ ਕਰਦੇ ਆ, ਕੰਮ ਘੱਟ ਕੀਤਾ ਹੁੰਦਾ ਸ਼ੋਅ ਜ਼ਿਆਦਾ ਕਰ ਦਿੰਦੇ ਆ। ਠੀਕ ਹੈ। ਟਾਈਮ ਦੇ ਵੀ ਇਹੀ ਹੈ ਵੀ ਕੰਮ ਘੱਟ ਕਰਦੇ ਆ ਅਤੇ ਟਾਈਮ ਜ਼ਿਆਦਾ ਸ਼ੋਅ ਕਰ ਦਿੰਦੇ ਆ। ਸੋ ਉਹ ਇਨਕਰੈਕਟ ਟਾਈਮ ਜਾਂ ਪੀਸ ਵਰਕ ਨੂੰ ਅਵੋਇਡ ਕਰਨ ਲਈ ਵੀ ਕੀ ਚਾਹੀਦਾ ਹੁੰਦਾ ਹੈ, ਇੰਟਰਨਲ ਚੈੱਕ। ਨੈਕਸਟ ਮਿਸ ਐਪਰੋਪ੍ਰੀਏਸ਼ਨ ਆਫ ਵੇਜ ਸ਼ੀਟ, ਕਿ ਜਿਹੜੀ ਵੇਜ ਪੇ ਕਰਨੀ ਹੈ, ਠੀਕ ਹੈ, ਜਿਹੜੀ ਦੇਣੀ ਹੈ ਪੇਮੈਂਟ ਵੇਜਿਸ ਦੀ, ਉਹਦੀ ਜਿਹੜੀ ਸ਼ੀਟ ਬਣੂਗੀ ਕਿ ਕਿੰਨੇ ਵਰਕਰਸ ਹੈ, ਕਿੰਨੀ ਉਹਨਾਂ ਦੀ ਤਨਖਾਹ ਬਣਦੀ ਹੈ, ਉਹਦੇ ਵਿੱਚ ਕੋਈ ਨਾ ਕੋਈ ਫਰੋਡ ਕਰ ਸਕਦੇ ਹੈ। ਠੀਕ ਹੈ। ਕਿਹਦੇ ਬੇਸ 'ਤੇ ਕਰ ਸਕਦੇ ਆ, ਇਹੀ ਡੰਮੀ ਵਰਕਰਸ ਐਡ ਕਰ ਸਕਦੇ ਹੈ, ਜਾਂ ਫਿਰ ਇਨਕਰੈਕਟ ਟਾਈਮ ਜਾਂ ਪੀਸ ਵਰਕ ਲਗਾ ਸਕਦੇ ਹੈ। ਠੀਕ ਹੈ। ਜਾਂ ਹੋ ਸਕਦਾ ਕਿ ਮਿਸ ਐਪਰੋਪ੍ਰੀਏਸ਼ਨ ਆਫ ਕੈਸ਼ ਹੀ ਕਰ ਲੈਣ, ਜਿਹੜੀ ਕੰਪਨੀ ਵੱਲੋਂ ਹੈ ਪੇਮੈਂਟ ਜ਼ਿਆਦਾ ਰਿਸੀਵ ਕਰ ਲੈਣ ਅਤੇ ਵੇਜਰਸ ਨੂੰ ਪੇਮੈਂਟ ਘੱਟ ਦੇਣ। ਠੀਕ ਹੈ। ਕਿਸੇ ਵੀ ਤਰ੍ਹਾਂ ਦਾ ਫਰੋਡ ਹੋ ਸਕਦਾ ਨਾ। ਸੋ ਇਹਨਾਂ ਸਾਰਿਆਂ ਨੂੰ ਅਵੋਇਡ ਕਰਨ ਲਈ ਕੀ ਹੈ, ਮੇਨਟੇਨੈਂਸ ਆਫ ਵੇਜ ਰਿਕਾਰਡ ਹੁੰਦਾ। ਠੀਕ ਹੈ। ਇਹਦੇ ਵਿੱਚ ਸਾਰੇ ਪੁਆਇੰਟ ਕਰਨ ਦੀ ਲੋੜ ਨਹੀਂ ਗੀ, ਵੈਸੇ ਜੇ ਤੁਸੀਂ ਥੋੜ੍ਹੇ ਵੀ ਕਰ ਲਓਗੇ ਤਾਂ ਵੀ ਚੱਲੂਗਾ, ਬਸ ਸਮਝ ਲਓ ਮੇਨ ਕੀ ਹੁੰਦਾ।
ਜਿਵੇਂ ਫਸਟ ਦੇਖੋ ਰਾਜੇ ਟਾਈਮ ਰਿਕਾਰਡ, ਠੀਕ ਹੈ। ਜਿਹੜੀਆਂ ਵੇਜਿਸ ਟਾਈਮ ਦੇ ਬੇਸ 'ਤੇ ਦਿੱਤੀਆਂ ਜਾਂਦੀਆਂ, ਠੀਕ ਹੈ, ਉਹਨਾਂ ਦਾ ਪ੍ਰੋਪਰ ਟਾਈਮ ਰੱਖਣਾ ਚਾਹੀਦਾ ਹੈ ਕਿ ਕਦੋਂ ਵਰਕਰ ਆਇਆ, ਕਦੋਂ ਉਹਨੇ ਕੰਮ ਸਟਾਰਟ ਕੀਤਾ, ਠੀਕ ਹੈ, ਕਦੋਂ ਉਹ ਗਿਆ। ਅਤੇ ਹੁਣ ਇਹ ਕੀ ਹੈ, ਜਿਹੜਾ ਟਾਈਮ ਰਿਕਾਰਡ ਹੈ ਰਾਜੇ, ਉਹ ਆਪਾਂ 3-4 ਟਾਈਪਸ ਨਾਲ ਕਰ ਸਕਦੇ ਹਾਂ, ਠੀਕ ਹੈ। ਇੱਕ ਤਾਂ ਟਾਈਮ ਰਿਕਾਰਡਿੰਗ ਕਲੌਕ ਹੋ ਗਿਆ, ਇੱਕ ਬਰਾਸ ਟੋਕਨ ਹੋ ਗਿਆ, ਇੱਕ ਅਟੈਂਡੈਂਸ ਕਾਰਡ ਹੋ ਗਿਆ, ਠੀਕ ਹੈ। ਜਿਹੜਾ ਟਾਈਮ ਰਿਕਾਰਡਿੰਗ ਕਲੌਕ ਹੈ, ਇਹਦੇ ਵਿੱਚ ਕੀ ਹੈ ਕਿ ਜਦੋਂ ਐਂਟਰੀ ਗੇਟ 'ਤੇ ਵਰਕਰ ਐਂਟਰ ਹੋਇਆ, ਠੀਕ ਹੈ, ਉਦੋਂ ਘੜੀ ਵੱਲ ਵੇਖ ਕੇ ਟਾਈਮ ਨੋਟ ਕਰ ਲਿਆ ਵੀ ਆਹ ਵਰਕਰ ਹੈ, ਇਹਦਾ ਆਹ ਨੰਬਰ ਹੈ ਅਤੇ ਇੰਨੇ ਟਾਈਮ 'ਤੇ ਐਂਟਰ ਹੋਇਆ। ਬਰਾਸ ਟੋਕਨ ਵਿੱਚ ਕੀ ਹੁੰਦਾ ਰਾਜੇ, ਇੱਕ ਨਾ ਹੁੰਦੇ ਹੈ ਟੋਕਨ ਮਿਲਦੇ ਹੁੰਦੇ ਆ ਗੇਟ 'ਤੇ, ਠੀਕ ਹੈ। ਅਤੇ ਜਦੋਂ ਵਰਕਰ ਐਂਟਰ ਹੁੰਦਾ ਉਹਨੂੰ ਉਦੋਂ ਟੋਕਨ ਦੇ ਦਿੱਤਾ ਜਾਂਦਾ ਅਤੇ ਉਸ ਟੋਕਨ ਦੀ ਐਂਟਰੀ ਕਰ ਦਿੱਤੀ ਜਾਂਦੀ ਹੈ ਵੀ ਇਹ ਟੋਕਨ ਨੰਬਰ ਇੰਨੇ ਟਾਈਮ 'ਤੇ ਐਂਟਰ ਹੋਇਆ, ਠੀਕ ਹੈ। ਨੈਕਸਟ ਇੱਕ ਮਿੰਟ, ਠੀਕ ਹੈ। ਨੈਕਸਟ ਦੇਖੋ ਰਾਜੇ ਅਟੈਂਡੈਂਸ ਕਾਰਡ। ਅਟੈਂਡੈਂਸ ਕਾਰਡ ਵਿੱਚ ਕੀ ਹੁੰਦਾ ਹੈ ਕਿ ਇੱਕ ਨਾ ਇਲੈਕਟ੍ਰੋਨਿਕ ਕਾਰਡਸ ਹੁੰਦੇ ਨੇ ਜਿਨ੍ਹਾਂ ਨੂੰ ਮਸ਼ੀਨ 'ਚ ਪੰਚ ਕਰਕੇ ਨਾ ਮਸ਼ੀਨ 'ਚ ਰਿਕਾਰਡ ਸੇਵ ਹੋ ਜਾਂਦਾ ਵੀ ਕਿੰਨੇ ਟਾਈਮ 'ਤੇ ਕਿਹੜਾ ਇੰਪਲੋਈ ਆਇਆ ਜਾਂ ਕਿਹੜਾ ਵੇਜਰ ਆਇਆ, ਠੀਕ ਹੈ। ਉਹਦਾ ਜਾਣ ਦੇ ਟਾਈਮ, ਆਉਣ ਦੇ ਟਾਈਮ ਅਤੇ ਜਾਣ ਦੇ ਟਾਈਮ, ਠੀਕ ਹੈ, ਦੋਨਾਂ ਟਾਈਮ 'ਤੇ ਉਹ ਕਾਰਡ ਪੰਚ ਕਰਕੇ ਜਾਂਦਾ ਉਸ ਮਸ਼ੀਨ 'ਚ, ਠੀਕ ਹੈ। ਉਹ ਮਸ਼ੀਨ ਨਾਲ ਕੀ ਇੱਕ ਕੰਪਿਊਟਰਾਈਜ਼ਡ ਰਿਕਾਰਡ ਨਿਕਲ ਆਉਂਦਾ ਵੀ ਕਿਹੜੇ ਟਾਈਮ 'ਤੇ ਵਰਕਰ ਆਇਆ ਅਤੇ ਕਿਹੜੇ ਟਾਈਮ 'ਤੇ ਵਰਕਰ ਗਿਆ, ਠੀਕ ਹੈ। ਇਹਨਾਂ ਤਿੰਨਾਂ 'ਚੋਂ ਕੋਈ ਵੀ ਰਿਕਾਰਡ ਮੇਨਟੇਨੈਂਸ ਟਾਈਮ ਲਈ ਤੁਸੀਂ ਕੰਪਨੀ ਅਡੋਪਟ ਕਰ ਸਕਦੀ ਹੈ, ਠੀਕ ਹੈ। ਨੈਕਸਟ ਪੁਆਇੰਟ ਦੇਖੋ ਰਾਜੇ ਪੀਸ ਵਰਕ ਰਿਕਾਰਡਸ। ਪੀਸ ਵਰਕ ਰਿਕਾਰਡ ਵਿੱਚ ਕੀ ਹੈ ਕਿ ਕਿਹੜੇ ਟਾਈਮ ਕਿੰਨਾ ਕੰਮ ਕੀਤਾ ਗਿਆ, ਠੀਕ ਹੈ, ਉਹ ਆਪਾਂ ਕੀ ਕਹਿੰਦੇ ਹਾਂ ਪੀਸ ਵਰਕ ਰਿਕਾਰਡ, ਠੀਕ ਹੈ। ਇਹਦੇ ਲਈ ਰਾਜੇ ਪ੍ਰੋਪਰ ਇੱਕ ਰਿਕਾਰਡ ਰੱਖਣਾ ਚਾਹੀਦਾ ਕਿ ਕਿਹੜੇ ਪਰਸਨ ਨੇ ਕਿੰਨਾ ਕੰਮ ਕੀਤਾ ਹੈ, ਪਲੱਸ ਕੀ ਹੈ ਇਹ ਦੇਖਣਾ ਚਾਹੀਦਾ ਕਿ ਜਿਹੜਾ ਐਕਚੁਅਲ ਕੰਮ ਹੋਇਆ, ਠੀਕ ਹੈ, ਉਹੀ ਰਿਕਾਰਡ ਹੋਵੇ, ਠੀਕ ਹੈ। ਹੁਣ ਇਹਨੂੰ ਰਿਕਾਰਡ ਕੌਣ ਕਰੂਗਾ, ਇੱਕ ਫੋਰਮੈਨ ਹੁੰਦਾ, ਠੀਕ ਹੈ, ਜਿਹੜਾ ਫੈਕਟਰੀ ਸਾਈਡ 'ਤੇ ਹੁੰਦਾ ਉਹ ਰਿਕਾਰਡ ਕਰਦਾ, ਠੀਕ ਹੈ। ਹੁਣ ਇਹਨੂੰ ਕ੍ਰੋਸ ਵੈਰੀਫਾਈ ਕਿਵੇਂ ਕੀਤਾ ਜਾਂਦਾ, ਜਿਹੜਾ ਸਟੋਰ ਕੀਪਰ ਹੈ ਜਦੋਂ ਉਹ ਜਿਹੜੀਆਂ ਗੁੱਡਸ ਨੇ ਆਪਣੇ ਸਟੋਰ 'ਚ ਡਿਪੋਜ਼ਿਟ ਕਰਾਉਂਦਾ, ਠੀਕ ਹੈ, ਉਹ ਵੀ ਕਾਊਂਟ ਕਰਕੇ ਕਰਾਊਗਾ, ਹੈ ਨਾ, ਕਿਉਂਕਿ ਉਹਨੂੰ ਕੱਲ੍ਹ ਨੂੰ ਜਵਾਬ ਦੇਣਾ ਪਏਗਾ ਵੀ ਸਟੋਰ ਵਿੱਚ ਕਿਹੜੇ ਟਾਈਪ ਦੀਆਂ ਕਿੰਨੀਆਂ ਗੁੱਡਸ ਪਈਆਂ ਨੇ, ਹੈ ਨਾ। ਸੋ ਸਟੋਰ ਕੀਪਰ ਦੀਆਂ ਕਾਊਂਟ ਕੀਤੀਆਂ ਹੋਈਆਂ ਗੁੱਡਸ ਪਲੱਸ ਫੋਰਮੈਨ ਦਾ ਬਣਾਇਆ ਹੋਇਆ ਕਾਰਡ, ਠੀਕ ਹੈ, ਇਹ ਆਪਸ ਵਿੱਚ ਕੀ ਹੈ ਕ੍ਰੋਸ ਚੈੱਕ ਕਰ ਲੈਂਦੇ ਆ, ਠੀਕ ਹੈ। ਪਲੱਸ ਇਹਦੇ ਵਿੱਚ ਕੀ ਹੈ ਰਾਜੇ ਸਿਰਫ ਕੁਆਂਟਿਟੀ ਹੀ ਨਹੀਂ ਚੈੱਕ ਕੀਤੀ ਜਾਂਦੀ, ਕੁਆਲਿਟੀ ਵੀ ਦੇਖੀ ਜਾਂਦੀ ਹੈ ਵੀ ਐਂ ਤਾਂ ਨਹੀਂ ਲੋਕਾਂ ਨੇ ਪੀਸ ਵਰਕ ਦੇ ਰੇਟ 'ਤੇ ਚੱਲਦੇ ਹੋਏ ਕੰਮ ਛੇਤੀ ਛੇਤੀ ਨਿਬੇੜਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹਦਾ ਜਿਹੜਾ ਪ੍ਰੋਪਰ ਕੰਮ ਹੈ ਉਹ ਨਹੀਂ ਕੀਤਾ ਹੋਇਆ, ਠੀਕ ਹੈ। ਕੁਆਲਿਟੀ ਵੀ ਵੈਰੀਫਾਈ ਕਰਨੀ ਹੁੰਦੀ ਹੈ। ਨੈਕਸਟ ਦੇਖੋ ਰਾਜੇ ਓਵਰ ਟਾਈਮ ਰਿਕਾਰਡ। ਓਵਰ ਟਾਈਮ ਰਿਕਾਰਡ ਹੁੰਦਾ ਰਾਜੇ ਜਿਵੇਂ ਫੈਕਟਰੀਜ਼ ਵਿੱਚ ਨਾ 8 ਘੰਟੇ ਕੰਮ ਹੀ ਕਰਨਾ ਅਲਾਊਡ ਹੈ, ਠੀਕ ਹੈ। ਉਸ ਤੋਂ ਵੱਧ ਜੇ ਕੋਈ ਵਰਕਰ ਕੰਮ ਕਰਦਾ ਨਾ ਤਾਂ ਉਹਨੂੰ ਨੋਰਮਲ ਨਾਲੋਂ ਜ਼ਿਆਦਾ ਵੇਜ ਮਿਲਦੀ ਹੈ, ਠੀਕ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਕੰਪਨੀਜ਼ ਇਹ ਚੀਜ਼ਾਂ ਅਵੋਇਡ ਹੀ ਕਰਦੀਆਂ ਨੇ, ਠੀਕ ਹੈ। ਉਹੀ ਕਹਿੰਦੀਆਂ ਨੇ ਵੀ 8 ਘੰਟੇ ਹੀ ਕੰਮ ਕਰਾ ਲਓ, ਠੀਕ ਹੈ, ਤਾਂ ਕਿ ਉਹਨਾਂ ਨੂੰ ਫਿਕਸਡ ਟਾਈਮ ਤੋਂ ਜ਼ਿਆਦਾ ਪੇਮੈਂਟ ਨਾ ਦੇਣੀ ਪਵੇ, ਠੀਕ ਹੈ। ਪਰ ਜੇ ਇਹਨਾਂ ਨੇ ਸਪੈਸ਼ਲ ਕੇਸ ਇਹ ਓਵਰ ਟਾਈਮ ਲਾਉਣਾ ਵੀ ਪੈ ਜਾਂਦਾ, ਠੀਕ ਹੈ, ਤਾਂ ਕੀ ਆ ਉਹਨੂੰ ਪ੍ਰੋਪਰਲੀ ਪਹਿਲਾਂ ਤਾਂ ਅਪਰੂਵ ਕਰਵਾਉਣਾ ਪੈਂਦਾ ਕਿ ਕਿਹੜੇ ਕਿਹੜੇ ਵਰਕਰ ਓਵਰ ਟਾਈਮ ਲਾਉਣਗੇ, ਠੀਕ ਹੈ, ਪਲੱਸ ਉਹਨਾਂ ਨੇ ਕਿੰਨਾ ਓਵਰ ਟਾਈਮ ਲਾਇਆ, ਠੀਕ ਹੈ। ਇਹਨੂੰ ਵੀ ਕੌਣ ਸੈਂਕਸ਼ਨ ਕਰੂਗਾ, ਇੱਕ ਓਫੀਸ਼ੀਅਲ ਸੈਂਸਰ ਕਰੂਗਾ, ਠੀਕ ਹੈ। ਮਤਲਬ ਕੋਈ ਫੋਰਮੈਨ ਆਪਣੀ ਮਰਜ਼ੀ ਨਾਲ ਕਿਸੇ ਵਰਕਰ ਦਾ ਓਵਰ ਟਾਈਮ ਨਹੀਂ ਲਗਵਾ ਸਕਦਾ, ਠੀਕ ਹੈ। ਨੈਕਸਟ ਦੇਖੋ ਰਾਜੇ ਪਾਸ ਆਊਟ ਰਿਕਾਰਡਸ। ਪਾਸ ਆਊਟ ਰਿਕਾਰਡਸ ਹੁੰਦੇ ਆ ਰਾਜੇ ਕਿ ਸਪੋਜ਼ ਹੁਣ 8 ਘੰਟੇ ਦਾ ਕੰਮ ਚੱਲਦਾ ਹੈ ਨਾ, ਸ਼ਿਫਟ ਹੁੰਦੀ 8 ਘੰਟੇ ਦੀ। ਹੁਣ ਹੋ ਸਕਦਾ ਕਿ ਕਿਸੇ ਵਰਕਰ ਨੂੰ ਉਹਦੇ ਵਿੱਚ ਕੋਈ ਐਮਰਜੈਂਸੀ ਪੈ ਜਾਵੇ, ਹੈ ਨਾ, ਘਰ ਜਾਣਾ ਪੈ ਜਾਵੇ ਜਾਂ
ਬਿਮਾਰ ਹੋ ਜਾਵੇ, ਹੈ ਨਾ, ਘਰੋਂ ਠੀਕ ਆਇਆ ਸੀਗਾ, ਫੈਕਟਰੀ ਤੱਕ ਕੰਮ ਕਰਦਾ ਕਰਦਾ ਬਿਮਾਰ ਹੋ ਜਾਵੇ, ਉਹਨੂੰ ਬਾਹਰ ਜਾਣਾ ਪੈ ਜਾਵੇ। ਸੋ ਉਹਦੇ ਲਈ ਕੀ ਹੈ, ਪਾਸ ਆਊਟ ਰਿਕਾਰਡਸ ਰੱਖੇ ਜਾਂਦੇ ਹੈ ਜਦੋਂ ਵਰਕਰ ਆਪਣੇ ਟਾਈਮ ਤੋਂ ਪਹਿਲਾਂ ਵਾਪਸ ਚਲਾ ਜਾਂਦਾ। ਠੀਕ ਹੈ, ਤਾਂ ਉਹਨੂੰ ਵੀ ਪ੍ਰੋਪਰ ਗੇਟ 'ਤੇ ਰਿਕਾਰਡ ਕਰਨਾ ਚਾਹੀਦਾ ਵੀ ਹਾਂ ਕਿਹੜਾ ਪਰਸਨ ਗਿਆ ਸੀ, ਕਿਉਂ ਗਿਆ ਸੀ ਅਤੇ ਕਿੰਨੇ ਵਜੇ ਗਿਆ ਸੀ। ਠੀਕ ਹੈ, ਇਹਨੂੰ ਆਪਾਂ ਕੀ ਕਹਿੰਦੇ ਹਾਂ, ਪਾਸ ਆਊਟ ਰਿਕਾਰਡਸ। ਦੈਨ ਦੇਖੋ ਰਾਜੇ, ਪ੍ਰੈਪਰੇਸ਼ਨ ਆਫ ਵੇਸ ਸ਼ੀਟ। ਠੀਕ ਹੈ, ਪ੍ਰੈਪਰੇਸ਼ਨ ਆਫ ਵੇਸ ਸ਼ੀਟ 'ਚ ਕੀ ਹੈ ਕਿ ਇੱਕ ਸੈਪਰੇਟ ਡਿਪਾਰਟਮੈਂਟ ਬਣਾਉਂਦਾ ਹੈ। ਠੀਕ ਹੈ, ਘੱਟੋ ਘੱਟ ਇਹਦੇ ਵਿੱਚ 5 ਕਲਰਕਸ ਲੱਗਦੇ ਨੇ। ਠੀਕ ਹੈ, 5 ਕਲਰਕਸ ਕਾਹਦੇ ਲਈ, ਤਾਂ ਕਿ ਕੋਈ ਵੀ ਇਰਰੈਗੂਲੈਰਿਟੀ ਜਾਂ ਕੋਈ ਵੀ ਐਰਰ ਜਾਂ ਫਰੋਡ ਨਾ ਆਵੇ। ਠੀਕ ਹੈ, ਉਹਦੇ ਵਿੱਚੋਂ ਕੀ ਕੀ ਚੀਜ਼ਾਂ ਮੇਨਟੇਨ ਕਰਦੇ ਨੇ, ਦੇਖੋ ਨੀਚੇ ਦੇਖੋ ਆ ਜਿਹੜੀ ਲਿਸਟ ਦਿੱਤੀ ਹੋਈ ਹੈ ਨਾ, ਸਾਰਾ ਨੇਮ, ਕੋਡ ਨੰਬਰ, ਠੀਕ ਹੈ, ਟੋਟਲ ਟਾਈਮ ਵਰਕ, ਡਿਟੇਲ ਆਫ ਵਰਕ, ਰੇਟ ਵਿੱਚ ਕੀ ਆ ਜਾਏਗਾ ਕਿ ਉਹਦੀ ਤਨਖਾਹ ਕਿੰਨੀ ਹੈ। ਠੀਕ ਹੈ, ਵੇਜ ਕਿੰਨੀ ਹੈ, ਟੋਟਲ ਅਮਾਊਂਟ ਆਫ ਵੇਜ, ਬੋਨਸ ਜੇ ਕੋਈ ਬਣਦਾ ਹੈ, ਜੇ ਕੋਈ ਓਵਰ ਟਾਈਮ ਹੈ, ਡਿਡਕਸ਼ਨ ਆ ਜਾਏਗੀ। ਡਿਡਕਸ਼ਨ ਕੀ ਹੋ ਜਾਏਗੀ, ਸਪੋਜ਼ ਜੇ ਕਿਸੇ ਨੇ ਐਡਵਾਂਸ ਲਿੱਤਾ ਹੋਵੇ, ਹੈ ਨਾ, ਜਾਂ ਕਿਸੇ ਨੂੰ ਕੋਈ ਪੈਨਲਟੀ ਪਾਈ ਹੋਵੇ। ਠੀਕ ਹੈ, ਇਰਰੈਗੂਲਰ ਲੈਣ 'ਤੇ ਜਾਂ ਛੁੱਟੀ ਰਹਿਣ 'ਤੇ। ਠੀਕ ਹੈ, ਉਹ ਚੀਜ਼, ਇਹ ਸਾਰੀਆਂ ਚੀਜ਼ਾਂ ਕਿਹਦੇ ਵਿੱਚ ਆਉਣਗੀਆਂ, ਵੇਸ ਸ਼ੀਟ ਵਿੱਚ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਜਦੋਂ ਵੇਸ ਸ਼ੀਟ ਵਿੱਚ ਆਉਣਗੀਆਂ, ਤਾਂ ਫੋਟੋ ਐਡਿਟ ਕਰ ਲਾਂ। ਚਲੋ, ਇਹਦੇ ਵਿੱਚ ਕੀ ਹੈ ਰਾਜੇ, ਠੀਕ ਹੈ, ਜਿਹੜੇ 2 ਕਲਰਕਸ ਨੇ ਰਾਜੇ, ਉਹ ਕੀ ਦੇਖਣਗੇ, ਪੀਸ ਵੇਜ ਜਾਂ ਫਿਰ ਟਾਈਮ ਵੇਜ। ਠੀਕ ਹੈ, ਪਲੱਸ ਉਹ ਕੀ ਰਿਕਾਰਡ ਕਰਨਗੇ, ਓਵਰ ਟਾਈਮ। ਠੀਕ ਹੈ, ਇਹ ਕਿਹਦੇ ਤੋਂ, ਇਹ ਇਨਫੋਰਮੇਸ਼ਨ ਸਾਰੀ ਉਹਨਾਂ ਨੂੰ ਕਿਹਦੇ ਤੋਂ ਮਿਲੇਗੀ, ਇੱਕ ਫੋਰਮੈਨ ਤੋਂ। ਠੀਕ ਹੈ, ਜਿਹੜਾ ਫੈਕਟਰੀ ਦੇ ਟਾਈਮ 'ਤੇ ਅਵੇਲੇਬਲ ਸੀ, ਜਿਹਨੂੰ ਇਹ ਚੀਜ਼ਾਂ ਦਾ ਪਤਾ ਹੁੰਦਾ। ਠੀਕ ਹੈ, ਜਿਹੜਾ ਸਾਰਾ ਕੁਛ ਉਦੋਂ ਰਿਕਾਰਡ ਕਰਦਾ ਕਿ ਕਿਹੜੇ ਵਰਕਰ ਨੇ ਕਿੰਨਾ ਕੰਮ ਕੀਤਾ। ਠੀਕ ਹੈ, ਥਰਡ ਕਲਰਕ ਕੀ ਕਰੂਗਾ ਰਾਜੇ, ਉਹ ਹਰ ਇੱਕ ਅਲੱਗ-ਅਲੱਗ ਬੰਦੇ ਦੀ ਅਲੱਗ-ਅਲੱਗ ਸਟੇਟਮੈਂਟ ਬਣਾਏਗਾ ਕਿ ਕਿੰਨੇ ਪੈਸੇ ਕਿਹੜੇ ਬੰਦੇ ਨੂੰ ਜਾਂਦੇ ਨੇ, ਕਿੰਨੇ ਪੈਸੇ ਕਿਹੜੇ ਬੰਦੇ ਨੂੰ ਜਾਂਦੇ ਨੇ। ਠੀਕ ਹੈ ਨਾ, ਉਹਦੇ ਵਿੱਚੋਂ ਜਿਹੜੇ ਪਿੱਛੇ ਆਪਾਂ ਲਿਸਟ ਪੜ੍ਹੀ ਹੈ, ਇਹ ਸਾਰੀ ਲਿਸਟ ਉਹ ਪਰਸਨ ਬਣਾਊਗਾ। ਠੀਕ ਹੈ, ਥਰਡ ਕਲਰਕ। ਦੈਨ ਫੋਰਥ ਕਲਰਕ ਦੀ ਕੀ ਜ਼ਿੰਮੇਵਾਰੀ ਹੈ, ਉਹ ਕੈਲਕੂਲੇਸ਼ਨ ਦੇਖੇਗਾ। ਠੀਕ ਹੈ, ਥਰਡ ਮੇਨਟੇਨ ਕਰੇਗਾ, ਫੋਰਥ ਕੀ ਕਰੇਗਾ, ਕੈਲਕੂਲੇਸ਼ਨ ਅਤੇ ਡਿਡਕਸ਼ਨ ਦੇਖੇਗਾ। ਠੀਕ ਹੈ, ਜੇ ਕੋਈ ਵੀ ਡਿਡਕਸ਼ਨ ਕਰਨੀ ਹੈ। ਠੀਕ ਹੈ, ਕੈਲਕੂਲੇਸ਼ਨ ਕੀ ਉਹ ਕਰੇਗਾ, ਕਿੰਨੇ ਦਿਨ ਕੰਮ 'ਤੇ ਆਇਆ ਸੀਗਾ। ਠੀਕ ਹੈ, ਇੱਕ ਦਿਨ ਦਾ ਉਹਦਾ ਕਿੰਨਾ ਰੇਟ ਬਣਦਾ। ਠੀਕ ਹੈ, 1 ਘੰਟੇ ਦਾ ਜਾਂ ਇੱਕ ਪੀਸ ਵਰਕ ਦਾ ਉਹਦਾ ਕਿੰਨਾ ਰੇਟ ਬਣਦਾ, ਉਹ ਕੈਲਕੂਲੇਸ਼ਨ। ਠੀਕ ਹੈ, ਨੈਕਸਟ ਦੇਖੋ, ਫਿਫਥ ਕਲਰਕ ਕੀ ਹੈ ਰਾਜੇ, ਸਾਰਾ ਕੰਮ ਥਰਲੀ ਦੁਬਾਰਾ ਚੈੱਕ ਕਰੂਗਾ ਜਿਹੜਾ ਪਹਿਲੇ 4 ਕਲਰਕਸ ਨੇ ਕੀਤਾ ਹੋਇਆ। ਠੀਕ ਹੈ, ਇਹ ਜਿੰਨੇ ਵੀ ਸਾਰੇ ਕਲਰਕਸ ਦਾ ਜਿਹੜਾ ਕੰਮ ਹੈ, ਠੀਕ ਹੈ, ਉਹਦੇ ਬੇਸ 'ਤੇ ਵੇਸ ਸਲਿੱਪ ਬਣੇਗੀ। ਠੀਕ ਹੈ, ਜਿਹਨੂੰ ਇੱਕ ਸੀਨੀਅਰ ਬੰਦਾ ਸਾਈਨ ਕਰੇਗਾ। ਠੀਕ ਹੈ, ਕਿ ਹਾਂ ਹੁਣ ਇਹਦੀ ਪੇਮੈਂਟ ਹੋ ਸਕਦੀ ਹੈ। ਦੈਨ ਦੇਖੋ ਰਾਜੇ, ਪੇਮੈਂਟ ਵਿੱਚ ਕੀ ਹੈ, ਹੁਣ ਇਹ ਤਾਂ ਕੀ ਸੀਗਾ ਕਿ ਇਹ ਰਿਕਾਰਡ ਕਰਨ ਵਾਲਾ ਪਰਪਸ ਸੀਗਾ। ਠੀਕ ਹੈ, ਕਿ ਰਿਕਾਰਡ ਕਿਵੇਂ ਕਰਨਾ। ਹੁਣ ਐਕਚੁਅਲ ਪੇਮੈਂਟ, ਜਦੋਂ ਐਕਚੁਅਲ ਪੇਮੈਂਟ ਦੇਣੀ ਹੈ, ਠੀਕ ਹੈ, ਉਦੋਂ ਕੀ ਸੀਨ ਹੋਏਗਾ, ਜਿਹੜੇ ਤਾਂ ਉੱਪਰ 5 ਕਲਰਕਸ ਦੀ ਗੱਲ ਕੀਤੀ ਹੈ, ਠੀਕ ਹੈ, ਉਹਨਾਂ ਨੂੰ ਇਹਦੇ ਨਾਲ ਲਿੰਕ ਨਹੀਂ ਕੀਤਾ ਜਾਏਗਾ ਪੇਮੈਂਟ ਨਾਲ। ਠੀਕ ਹੈ, ਸੇਮ ਜਿਵੇਂ ਕੈਸ਼ ਦੀ ਗੱਲ ਸੀਗੀ ਕਿ ਕੈਸ਼ ਦੀ ਰਿਸਿਪਟ ਕੋਈ ਹੋਰ ਰਿਸੀਵ ਕੋਈ ਹੋਰ ਕਰਦਾ ਸੀ ਅਤੇ ਕੈਸ਼ ਪੇਮੈਂਟ ਜੇ ਕਰਨੀ ਹੁੰਦੀ ਸੀ ਤਾਂ ਕੋਈ ਹੋਰ ਇੰਡੀਵਿਜੂਅਲ ਕਰਦਾ ਸੀ। ਸੇਮ ਰਾਜੇ ਵੇਜਿਸ 'ਤੇ ਲਾਗੂ ਹੁੰਦਾ। ਜਿਹੜੇ ਕਲਰਕਸ ਵੇਜ ਮੇਨਟੇਨ ਕਰ ਰਹੇ ਨੇ, ਠੀਕ ਹੈ, ਉਹ ਪੇਮੈਂਟ ਨਹੀਂ ਕਰਨਗੇ। ਨੈਕਸਟ ਦੇਖੋ, ਜਿਹੜਾ ਕੈਸ਼ੀਅਰ ਹੈ ਰਾਜੇ, ਜਿਹੜਾ ਪੈਸੇ ਵੰਡੂਗਾ ਜੋਬ ਡਿਸਪਰਸਮੈਂਟ ਦੇ। ਠੀਕ ਹੈ, ਜਿੰਨੇ ਪੇਮੈਂਟ ਕਰਨੀ ਹੈ, ਸੇਮ ਪੁਆਇੰਟ। ਠੀਕ ਹੈ, ਉਹਨੂੰ ਵੇਸ ਸ਼ੀਟ ਬਣਾਉਣ ਵਿੱਚ ਨਹੀਂ ਇਨਵੋਲਵ ਕੀਤਾ ਜਾਊਗਾ। ਨੈਕਸਟ ਇਹਦੇ ਵਿੱਚ ਕੀ ਕਹਿੰਦੇ ਆ ਕਿ ਜਿਹੜੇ ਵੀ ਵਰਕਰ ਨੂੰ ਪੇਮੈਂਟ ਹੋਣੀ ਹੈ, ਠੀਕ ਹੈ, ਹੁਣ ਕੈਸ਼ ਪੇਮੈਂਟ ਹੁੰਦੀ ਹੈ ਵਰਕਰਸ ਨੂੰ ਮੋਸਟਲੀ, ਤਾਂ ਉਹ ਪਰਸਨ ਉੱਥੇ ਪ੍ਰੈਜੈਂਟ ਹੋਣਾ ਚਾਹੀਦਾ। ਠੀਕ ਹੈ, ਐ ਨਹੀਂ ਗਾ ਵੀ ਉਹਦੀ ਥਾਂ 'ਤੇ ਉਹਦਾ ਕੋਈ ਫਰੈਂਡ ਕਵੇ ਜੇ ਉਹ ਅੱਜ ਆਇਆ ਨਹੀਂ ਗਾ ਉਹਦੀ ਵੇਜ ਮੈਨੂੰ ਦੇ ਦਿਓ, ਇਹ ਨਹੀਂ ਹੋ ਸਕਦਾ। ਠੀਕ ਹੈ, ਉਹਨੂੰ ਪ੍ਰੈਜੈਂਟ ਹੋਣਾ ਚਾਹੀਦਾ। ਪਲੱਸ ਜਿਹੜਾ ਫੋਰਮੈਨ ਹੈ, ਜਿਹਨੇ ਰਿਕਾਰਡ ਕੀਤਾ ਹੁੰਦਾ ਕਿ ਕਿਹੜੇ ਇੰਡੀਵਿਜੂਅਲ ਨੇ ਕਿੰਨਾ ਕੰਮ ਕੀਤਾ, ਠੀਕ ਹੈ, ਉਹ ਵੀ ਪ੍ਰੈਜੈਂਟ ਹੋਣਾ ਚਾਹੀਦਾ ਉਸ ਟਾਈਮ 'ਤੇ, ਤਾਂ ਕਿ ਉਹ ਆਇਡੈਂਟੀਫਾਈ ਕਰ ਸਕੇ ਵੀ
ਜਿਹੜੀ ਪੇਮੈਂਟ ਮਿਲ ਰਹੀ ਹੈ ਵਰਕਰਸ ਨੂੰ, ਠੀਕ ਹੈ, ਉਹਨਾਂ ਨੂੰ ਹੀ ਮਿਲ ਰਹੀ ਹੈ ਜਿਨ੍ਹਾਂ ਨੇ ਕੰਮ ਕੀਤਾ ਸੀ। ਐਂ ਤਾਂ ਨਹੀਂ ਵੀ ਕੰਮ ਕੋਈ ਹੋਰ ਕਰਦਾ ਰਿਹਾ ਅਤੇ ਆ ਕੇ ਪੇਮੈਂਟ ਕੋਈ ਹੋਰ ਲੈ ਜਾਵੇ, ਹੈ ਨਾ। ਕਿਉਂਕਿ ਜਿਹੜਾ ਪਰਸਨ ਕੈਸ਼ ਦੇ ਰਿਹਾ, ਵੇਜ ਦੇ ਰਿਹਾ, ਉਹਨੂੰ ਕੀ ਪਤਾ ਉਹ ਕਿਹੜਾ ਫੈਕਟਰੀ 'ਚ ਉਦੋਂ ਮੌਜੂਦ ਸੀਗਾ, ਠੀਕ ਹੈ। ਨਿਗਰਾਨੀ ਤੇ ਕਿਹਦੀ ਹੇਠ ਕੰਮ ਹੋਇਆ? ਫੋਰਮੈਨ ਦੀ ਹੇਠ, ਠੀਕ ਹੈ। ਉਹਨੂੰ ਪਤਾ ਹੋਏਗਾ ਨਾ ਕਿਹੜੇ ਕਿਹੜੇ ਬੰਦੇ ਆਉਂਦੇ ਰਹੇ ਆ ਕੰਮ ਕਰਨ ਲਈ। ਸੋ ਉਹਦਾ ਵੀ ਉੱਥੇ ਹੋਣਾ ਜ਼ਰੂਰੀ ਹੈ ਜਦੋਂ ਵੇਜ ਪੇਮੈਂਟ ਦਿੱਤੀ ਜਾਂਦੀ ਹੈ, ਠੀਕ ਹੈ। ਦੈਨ ਰਾਜੇ ਜਿਹੜੇ ਵੀ ਪਰਸਨ ਨੂੰ ਵੇਜ ਦਿੱਤੀ ਜਾਏਗੀ, ਠੀਕ ਹੈ, ਉਹਦੇ ਸਾਈਨ ਰਿਸੀਵ ਕੀਤੇ ਜਾਣਗੇ, ਉਹ ਤੋਂ ਅੰਗੂਠਾ ਲਗਵਾਇਆ ਜਾਊਗਾ ਕਿ ਹਾਂ ਮੈਨੂੰ ਪੇਮੈਂਟ ਮਿਲ ਚੁੱਕੀ ਹੈ, ਠੀਕ ਹੈ। ਨੈਕਸਟ ਰਾਜੇ ਕੈਜੂਅਲ ਵਰਕਰ ਦੇ ਪੁਆਇੰਟ ਵਿੱਚ ਇਹ ਹੈ, ਜਿਹੜਾ 6th ਪੁਆਇੰਟ ਹੈ ਕਿ ਜਿਹੜੇ ਕੈਜੂਅਲ ਵਰਕਰ, ਜਿਹੜੇ ਤਾਂ ਰੈਗੂਲਰ ਵਰਕਰਸ ਨੇ, ਠੀਕ ਹੈ, ਜਿਨ੍ਹਾਂ ਨੂੰ ਫਿਕਸ ਹੀ ਰੱਖਿਆ ਹੋਇਆ, ਪਰਮਾਨੈਂਟ ਹੀ ਨੇ, ਉਹਨਾਂ ਦਾ ਤਾਂ ਠੀਕ ਹੈ। ਬਟ ਜਿਨ੍ਹਾਂ ਨੂੰ ਕਦੀ ਕਦੀ ਬੁਲਾਉਂਦੇ ਨੇ ਕੰਮ ਵਧਣ 'ਤੇ ਜਾਂ ਕੰਮ ਪੈਣ 'ਤੇ, ਠੀਕ ਹੈ, ਉਹਨਾਂ ਦੀ ਇੱਕ ਸੈਪਰੇਟ ਲਿਸਟ ਬਣਾਉਣੀ ਚਾਹੀਦੀ ਹੈ। ਅਤੇ ਉਹਨਾਂ ਦੀ ਲਿਸਟ ਐਵੇਂ ਬਣਾਉਣੀ ਚਾਹੀਦੀ ਹੈ ਕਿ ਉਹਦੇ ਵਿੱਚ ਕੋਈ ਵੀ ਡੰਮੀ ਵਰਕਰ ਨਾ ਹੋਵੇ, ਠੀਕ ਹੈ। ਡੰਮੀ ਵਰਕਰ ਮਤਲਬ ਜਿਹਨੂੰ ਲਿਸਟ 'ਚ ਤਾਂ ਜਿਹਦਾ ਨਾਮ ਮੈਂਸ਼ਨ ਹੁੰਦਾ ਬਟ ਅਸਲ ਵਿੱਚ ਉਹਦੀ ਫਿਜ਼ੀਕਲ ਪ੍ਰੈਜੈਂਸ ਨਹੀਂ ਹੁੰਦੀ, ਠੀਕ ਹੈ, ਉਹ ਹੁੰਦਾ ਡੰਮੀ ਵਰਕਰ। ਨੈਕਸਟ ਦੇਖੋ ਰਾਜੇ, ਜੇ ਕਿਸੇ ਪਰਸਨ ਨੂੰ ਵੇਜ ਨਹੀਂ ਮਿਲੀ ਜਾਂ ਕੋਈ ਐਬਸੈਂਟ ਸੀਗਾ, ਠੀਕ ਹੈ, ਤਾਂ ਉਹਦਾ ਪ੍ਰੋਪਰ ਅਰੇਂਜਮੈਂਟ ਕਰਨਾ ਚਾਹੀਦਾ ਕਿ ਉਹਨੂੰ ਕਦੋਂ ਦਿੱਤੀ ਜਾਊਗੀ, ਠੀਕ ਹੈ, ਉਹਦੀ ਵੇਜ ਕਿਹਦੇ ਕੋਲ ਹੁਣ ਪਈ ਰਹੇਗੀ, ਠੀਕ ਹੈ। ਨੈਕਸਟ ਦੇਖੋ, ਜੇ ਕਿਸੇ ਵੇਜਰ ਨੂੰ ਕੋਈ ਵੀ ਐਡਵਾਂਸ ਦਿੱਤਾ ਜਾਂਦਾ ਤਾਂ ਉਹਦਾ ਵੀ ਪ੍ਰੋਪਰਲੀ ਰਿਕਾਰਡ ਮੇਨਟੇਨ ਹੋਊਗਾ, ਪਲੱਸ ਉਹਦਾ ਵੀ ਵੈਸੇ ਐਡਵਾਂਸ ਜਿਹੜੇ ਨੇ ਡਿਸਕਰੇਜ ਕੀਤੇ ਜਾਂਦੇ ਨੇ, ਠੀਕ ਹੈ, ਬਟ ਜੇ ਇਨ ਐਨੀ ਕੇਸ ਦਿੱਤਾ ਵੀ ਗਿਆ ਤਾਂ ਉਹਦਾ ਪ੍ਰੋਪਰ ਰਿਕਾਰਡ ਮੇਨਟੇਨ ਹੋਊਗਾ, ਠੀਕ ਹੈ। ਨੈਕਸਟ ਦੇਖੋ ਰਾਜੇ ਪਰਚੇਜ਼, ਬਸ ਇੱਥੇ ਤੱਕ ਹੀ ਕਰਦੇ ਹਾਂ, ਅਗਲੇ ਤੁਸੀਂ ਆਪ ਹੀ ਦੇਖ ਲਿਓ, ਠੀਕ ਹੈ। ਇੰਨੀਆਂ ਬਹੁਤ ਹੀ ਹੋਣਗੀਆਂ, ਜੇ ਤੁਹਾਨੂੰ ਐਗਜ਼ਾਮਪਲ ਆਈ ਵੀ, ਜੇ ਤੁਸੀਂ ਲਿਖਣੀ ਵੀ ਹੋਈ। ਪਰਚੇਜ਼ ਦੀ ਕਰਦੇ ਹਾਂ, ਠੀਕ ਹੈ। ਪਰਚੇਜ਼ ਵਿੱਚ ਕੀ ਹੈ ਰਾਜੇ, ਜਿਹੜੇ ਕੰਪਨੀ ਦੇ ਜ਼ਿਆਦਾਤਰ ਪੈਸੇ ਹੁੰਦੇ ਨੇ ਨਾ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿੱਥੇ ਇਨਵੈਸਟ ਹੁੰਦੇ ਨੇ, ਪਰਚੇਜ਼ ਵਿੱਚ, ਠੀਕ ਹੈ। ਜਿਹੜੇ ਕੰਪਨੀ ਐਸੈਟਸ ਵਗੈਰਾ ਪਰਚੇਜ਼ ਕਰਦੀ ਹੈ ਜਾਂ ਸਟਾਕ ਹੁੰਦਾ ਕੰਪਨੀ ਕੋਲ, ਠੀਕ ਹੈ। ਸੋ ਉਹ ਜਿਹੜਾ ਸਟਾਕ ਹੈ ਕਿਵੇਂ ਮੇਨਟੇਨ ਹੁੰਦਾ ਹੈ? ਪਰਚੇਜ਼ ਕਰਕੇ, ਠੀਕ ਹੈ। ਜਦੋਂ ਕੰਪਨੀ ਪਰਚੇਜ਼ ਕਰਦੀ ਹੈ, ਭਾਵੇਂ ਐਸੈਟ ਪਰਚੇਜ਼ ਕਰੇ, ਭਾਵੇਂ ਰॉ ਮਟੀਰੀਅਲ ਪਰਚੇਜ਼ ਕਰੇ, ਭਾਵੇਂ ਸਪੇਅਰ ਪਾਰਟਸ ਪਰਚੇਜ਼ ਕਰੇ, ਠੀਕ ਹੈ। ਸੋ ਪਰਚੇਜ਼ਿਸ ਦੀ ਵੀ ਇੰਟਰਨਲ ਚੈੱਕ ਬਹੁਤ ਜ਼ਰੂਰੀ ਹੈ, ਠੀਕ ਹੈ। ਪਹਿਲਾਂ ਇਹਦੇ ਵਿੱਚ ਦੇਖੋ ਰਾਜੇ ਪੁਆਇੰਟ ਆਉਂਦਾ ਰੈਕੁਜ਼ੀਸ਼ਨ ਦਾ। ਰੈਕੁਜ਼ੀਸ਼ਨ ਹੁੰਦਾ ਹੈ ਕਿ ਕੰਪਨੀ ਵਿੱਚ ਜਦੋਂ ਡਿਮਾਂਡ ਆਉਂਦੀ ਹੈ ਵੀ ਸਾਨੂੰ ਆਹ ਪਰਟੀਕੂਲਰ ਮਸ਼ੀਨਰੀ ਚਾਹੀਦੀ ਹੈ, ਜਾਂ ਸਾਨੂੰ ਆਹ ਰॉ ਮਟੀਰੀਅਲ ਚਾਹੀਦਾ ਪ੍ਰੋਡਕਟ ਬਣਾਉਣ ਲਈ, ਸਾਨੂੰ ਆਹ ਸਪੇਅਰ ਪਾਰਟ ਚਾਹੀਦੇ ਨੇ, ਠੀਕ ਹੈ, ਚੇਂਜ ਕਰਨ ਲਈ, ਤਾਂ ਉਹਦੇ ਲਈ ਕੀ ਹੈ ਕਿ ਜਿਹੜੇ ਡਿਪਾਰਟਮੈਂਟ ਨੂੰ ਉਹ ਚੀਜ਼ ਚਾਹੀਦੀ ਹੁੰਦੀ ਹੈ, ਠੀਕ ਹੈ, ਉਸ ਡਿਪਾਰਟਮੈਂਟ ਦਾ ਹੈਡ ਇੱਕ ਰੈਕੁਜ਼ੀਸ਼ਨ ਬਣਾਉਂਦਾ, ਠੀਕ ਹੈ, ਉਹਨੂੰ ਕੀ ਕਹਿੰਦੇ ਆ? ਰੈਕੁਜ਼ੀਸ਼ਨ, ਠੀਕ ਹੈ। ਕਿ ਸਾਨੂੰ ਆਹ ਮਟੀਰੀਅਲ ਚਾਹੀਦਾ, ਇੰਨੀ ਕੁਆਂਟਿਟੀ ਚਾਹੀਦੀ ਹੈ, ਇਸ ਕੁਆਲਿਟੀ ਦਾ ਚਾਹੀਦਾ, ਇਸ ਟਾਈਮ ਤੱਕ ਚਾਹੀਦਾ, ਠੀਕ ਹੈ। ਫਿਰ ਉਹਨੂੰ ਕੀ ਹੈ, ਸਾਰੇ ਜਿਹੜੇ ਹਾਇਰ ਓਫੀਸ਼ੀਅਲਸ ਹੁੰਦੇ ਨੇ ਸਾਈਨ ਕਰਦੇ ਨੇ ਵੀ ਹਾਂ ਠੀਕ ਹੈ ਇਹਨੂੰ ਚਾਹੀਦਾ, ਠੀਕ ਹੈ। ਵੀ ਐਂ ਤਾਂ ਨਹੀਂ ਬੰਦੇ ਨੂੰ ਆਪਣੇ ਪਰਸਨਲ ਕੰਮ ਲਈ ਮੰਗਵਾਈ ਜਾਂਦਾ ਹੋਵੇ, ਠੀਕ ਹੈ, ਉਹ ਵੀ ਚੀਜ਼ ਨਹੀਂ ਹੁੰਦੀ, ਠੀਕ ਹੈ। ਇਹਨੂੰ ਮੋਸਟਲੀ ਕੌਣ ਬਣਾਉਂਦਾ? ਹੈੱਡ ਆਫ ਦਾ ਡਿਪਾਰਟਮੈਂਟ, ਜਿਹੜਾ ਉਸ ਡਿਪਾਰਟਮੈਂਟ ਦਾ ਹੈੱਡ ਹੁੰਦਾ, ਠੀਕ ਹੈ। ਨੈਕਸਟ ਪੁਆਇੰਟ ਦੇਖੋ ਰਾਜੇ ਇਨਕੁਆਇਰੀ। ਇਨਕੁਆਇਰੀ ਵਿੱਚ ਕੀ ਹੈ? ਪਰਚੇਜ਼ ਡਿਪਾਰਟਮੈਂਟ ਹੈ ਜਿਹੜਾ, ਠੀਕ ਹੈ, ਉਹ 4-5 ਵੈਂਡਰਸ ਨੂੰ ਜਾਂ ਸੈਲਰਸ ਨੂੰ, ਜਿਹੜੇ ਉਹ ਪ੍ਰੋਡਕਟ ਵਿੱਚ ਡੀਲ ਕਰਦੇ ਆ ਜਾਂ ਵੇਚਦੇ ਆ ਉਹਨੂੰ, ਠੀਕ ਹੈ, ਉਹਨਾਂ ਨੂੰ ਇਨਕੁਆਇਰੀ ਭੇਜੂਗਾ। ਉਹਦੇ ਵਿੱਚ ਆਪਣੀਆਂ ਟਰਮਸ ਐਂਡ ਕੰਡੀਸ਼ਨਸ ਲਿਖੂਗਾ ਵੀ ਹਾਂ ਸਾਡੀ ਕੰਪਨੀ ਨੂੰ ਆਹ ਮਟੀਰੀਅਲ ਚਾਹੀਦਾ ਹੈ, ਠੀਕ ਹੈ, ਇੰਨੀ ਕੁਆਂਟਿਟੀ ਚਾਹੀਦੀ ਹੈ, ਇਸ ਕੁਆਲਿਟੀ ਦਾ ਚਾਹੀਦਾ, ਇੰਨੇ ਟਾਈਮ ਤੱਕ ਚਾਹੀਦਾ, ਇੰਨੀ ਅਮਾਊਂਟ, ਅਤੇ ਫਿਰ ਕੀ ਹੈ ਉਹਦੇ ਟੈਂਡਰ ਖੁੱਲ੍ਹਦੇ ਆ, ਠੀਕ ਹੈ। ਟੈਂਡਰ ਪਤਾ ਨਾ? ਠੀਕ ਹੈ। ਤਾਂ ਜਿਹੜੇ ਪਰਸਨਸ ਨੂੰ ਰਾਜੇ ਇਨਕੁਆਇਰੀ ਭੇਜੀ ਜਾਂਦੀ ਹੈ, ਉਹ ਆਪਣਾ ਪ੍ਰਾਈਜ਼ ਭੇਜਦੇ ਨੇ ਕਿ ਅਸੀਂ ਇੰਨੇ ਪ੍ਰਾਈਸ 'ਤੇ ਤੁਹਾਨੂੰ ਇਹ ਚੀਜ਼ ਦੇ ਸਕਦੇ ਹਾਂ, ਠੀਕ ਹੈ। ਤਾਂ ਜਿਹਦਾ ਵੀ ਸਭ ਤੋਂ ਛੋਟਾ ਪ੍ਰਾਈਜ਼ ਹੁੰਦਾ, ਮਤਲਬ ਸਭ ਤੋਂ ਥੋੜ੍ਹਾ ਪ੍ਰਾਈਜ਼ ਹੁੰਦਾ, ਠੀਕ ਹੈ, ਜਿਹਨੇ ਸਭ ਤੋਂ ਥੋੜ੍ਹਾ ਪ੍ਰਾਈਜ਼ ਚਾਰਜ ਕੀਤਾ ਉਹਨੂੰ ਕੀ ਹੈ ਪਰਚੇਜ਼ ਆਰਡਰ ਦਿੱਤਾ ਜਾਂਦਾ। ਹੁਣ ਪਰਚੇਜ਼ ਆਰਡਰ ਵਿੱਚ ਕੀ ਹੋਊਗਾ ਕਿ ਇੱਕ ਤਰ੍ਹਾਂ ਦਾ ਕੰਟਰੈਕਟ ਹੀ ਹੁੰਦਾ ਇਹ, ਠੀਕ ਹੈ, ਜਿਹਦੀਆਂ 4 ਕਾਪੀਜ਼ ਬਣਦੀਆਂ ਨੇ ਰਾਜੇ। ਉਹਦੇ ਵਿੱਚ ਮੈਂਸ਼ਨ ਹੁੰਦਾ ਕਿ ਕਿਹੜਾ ਪਰਸਨ ਸਪਲਾਈ ਕਰੂਗਾ, ਠੀਕ ਹੈ, ਪਰਚੇਜ਼ ਕਿਹਦੇ ਤੋਂ ਕੀਤੀ ਜਾ ਰਹੀ ਹੈ, ਕਦੋਂ ਤੱਕ ਉਹ ਸਪਲਾਈ ਆ ਜਾਊਗੀ, ਉਹਨੂੰ ਕਿੰਨੀ ਪੇਮੈਂਟ ਦਿੱਤੀ ਜਾਏਗੀ ਅਤੇ ਕਦੋਂ ਦਿੱਤੀ ਜਾਏਗੀ, ਠੀਕ ਹੈ। ਇਹਦੀਆਂ ਜਿਹੜੀ 4 ਕਾਪੀਜ਼ ਬਣਦੀ ਹੈ ਰਾਜੇ,
ਇੱਕ ਕਾਪੀ ਹੁੰਦੀ ਹੈ ਵੈਂਡਰ ਕੋਲ ਮਤਲਬ ਜਿਹਨੇ ਸਪਲਾਈ ਕਰਨੀ ਹੈ, ਠੀਕ ਹੈ, ਜਿਹ ਤੋਂ ਕੰਪਨੀ ਪਰਚੇਜ਼ ਕਰ ਰਹੀ ਹੈ। ਦੂਜੀ ਹੁੰਦੀ ਹੈ ਸਟੋਰ ਡਿਪਾਰਟਮੈਂਟ ਕੋਲ, ਜਿਹਦੇ ਕੋਲ ਸਮਾਨ ਆਊਗਾ, ਜਿਹਨੇ ਰਿਸੀਵ ਕਰਨਾ, ਠੀਕ ਹੈ। ਤੀਜੀ ਹੁੰਦੀ ਹੈ ਅਕਾਊਂਟਿੰਗ ਡਿਪਾਰਟਮੈਂਟ ਕੋਲ, ਅਕਾਊਂਟਿੰਗ ਡਿਪਾਰਟਮੈਂਟ ਕੌਣ, ਜਿਹਨੇ ਪੇਮੈਂਟ ਕਰਨੀ ਹੈ, ਠੀਕ ਹੈ। ਦੈਨ ਚੌਥੀ ਹੁੰਦੀ ਹੈ ਰਾਜੇ ਪਰਚੇਜ਼ ਡਿਪਾਰਟਮੈਂਟ, ਆਪਣੇ ਆਪ ਕੋਲ ਰੱਖਦਾ ਰਿਕਾਰਡ ਪਰਪਸ ਲਈ, ਠੀਕ ਹੈ। ਇਹਦੇ ਵਿੱਚ ਕੀ ਹੈ ਰਾਜੇ, ਇੱਕ ਆਥੋਰਾਈਜ਼ਡ ਆਫਿਸਰ ਹੁੰਦਾ, ਨੋਰਮਲੀ ਉਹ ਪਰਚੇਜ਼ ਡਿਪਾਰਟਮੈਂਟ ਦਾ ਅਤੇ ਫਾਈਨੈਂਸ ਡਿਪਾਰਟਮੈਂਟ ਦਾ ਹੈੱਡ ਹੁੰਦਾ, ਠੀਕ ਹੈ। ਇਹ ਦੋਵੇਂ ਜਾਣੇ ਦੇਖਦੇ ਆ ਵੀ ਪਰਚੇਜ਼ ਆਰਡਰ ਠੀਕ ਬਣਿਆ, ਠੀਕ ਹੈ, ਉਹਨੂੰ ਆਥੋਰਾਈਜ਼ ਕਰਦੇ ਆ, ਫਿਰ ਹੀ ਇਹ ਆਰਡਰ ਫਾਈਨਲ ਹੁੰਦਾ, ਠੀਕ ਹੈ। ਨੈਕਸਟ ਦੇਖੋ ਇਹਦੇ ਵਿੱਚ ਰਿਸਿਪਟ ਆਫ ਗੁਡਸ, ਠੀਕ ਹੈ, ਕਿ ਜਦੋਂ ਗੁਡਸ ਆ ਜਾਂਦੀਆਂ ਕੰਪਨੀ ਵਿੱਚ ਉਦੋਂ ਕੀ ਹੈ ਉਹਨਾਂ ਨੂੰ ਰਿਸੀਵ ਕੀਤਾ ਜਾਂਦਾ, ਠੀਕ ਹੈ। ਉਹਨਾਂ ਨੂੰ ਪ੍ਰੋਪਰ ਸਟੋਰ ਵਿੱਚ ਲਿਆ ਕੇ ਇੰਸਪੈਕਟ ਕੀਤਾ ਜਾਂਦਾ, ਚੈਕਿੰਗ ਕੀਤੀ ਜਾਂਦੀ ਹੈ ਵੀ ਜਿਹੋ ਜਿਹਾ ਮਟੀਰੀਅਲ ਮੰਗਵਾਇਆ ਸੀ, ਜਿਹੋ ਜਿਹੀ ਕੁਆਲਿਟੀ ਚਾਹੀਦੀ ਸੀਗੀ ਉਹੋ ਜਿਹਾ ਹੀ ਆਇਆ ਕਿ ਨਹੀਂ। ਜੇ ਤਾਂ ਉਹੋ ਜਿਹਾ ਹੀ ਆਇਆ ਹੁੰਦਾ ਫਿਰ ਤੁਹਾਨੂੰ ਰੱਖ ਲਿੱਤਾ ਜਾਂਦਾ, ਠੀਕ ਹੈ, ਅਤੇ ਇਨਫੋਰਮ ਕਰ ਦਿੱਤਾ ਜਾਂਦਾ ਅਕਾਊਂਟ ਡਿਪਾਰਟਮੈਂਟ ਨੂੰ ਕਿ ਇਹਨੂੰ ਪੇਮੈਂਟ ਕਰ ਦਿਓ। ਜੇ ਉਹੋ ਜਿਹਾ ਨਹੀਂ ਆਇਆ ਹੁੰਦਾ, ਠੀਕ ਹੈ, ਫਿਰ ਉਹਨੂੰ ਕੀ ਹੈ ਰਿਟਰਨ ਕਰ ਦਿੱਤਾ ਜਾਂਦਾ। ਪਰਚੇਜ਼ ਰਿਟਰਨ ਦੀ ਜਿਹੜੀ ਗੱਲ ਕਰਦੇ ਹੁੰਦੇ ਸੀਗੇ ਟ੍ਰੇਡਿੰਗ ਅਕਾਊਂਟ ਵਿੱਚ, ਠੀਕ ਹੈ, ਉਹ ਵਾਲਾ ਪਰਚੇਜ਼ ਰਿਟਰਨ ਹੋ ਜਾਂਦਾ ਫਿਰ ਉਹ, ਠੀਕ ਹੈ। ਨੈਕਸਟ ਦੇਖੋ ਰਾਜੇ ਮੇਕਿੰਗ ਪੇਮੈਂਟਸ, ਜਦੋਂ ਰਾਜੇ ਮਟੀਰੀਅਲ ਰਿਸੀਵ ਹੋ ਗਿਆ, ਠੀਕ ਹੈ, ਫਾਈਨੈਂਸ ਡਿਪਾਰਟਮੈਂਟ ਨੂੰ ਜਾਂ ਅਕਾਊਂਟਿੰਗ ਡਿਪਾਰਟਮੈਂਟ ਨੂੰ ਇਨਫੋਰਮ ਕਰਤਾ, ਠੀਕ ਹੈ। ਫਿਰ ਫਾਈਨੈਂਸ ਡਿਪਾਰਟਮੈਂਟ ਕੀ ਹੈ ਚੈਕਿੰਗ ਕਰਦਾ ਇਨਵੋਇਸ ਦੀ ਕਿ ਜਿੰਨੀਆਂ ਇਨਵੋਇਸ 'ਤੇ ਚੀਜ਼ਾਂ ਲਿਖੀਆਂ ਨੇ ਉਨੀਆਂ ਹੀ ਸਟੋਰ 'ਚ ਆਈਆਂ ਨੇ, ਠੀਕ ਹੈ। ਪਲੱਸ ਜਿਹੜਾ ਪਰਚੇਜ਼ ਆਰਡਰ ਵਿੱਚ ਚੀਜ਼ਾਂ ਮੰਗਵਾਈਆਂ ਸੀ ਉਵੇਂ ਉਹੀ ਚੀਜ਼ਾਂ ਆਈਆਂ ਨੇ, ਉਹਦੇ ਤੋਂ ਡਿਫਰੈਂਟ ਤਾਂ ਨਹੀਂ ਕੋਈ ਚੀਜ਼ਾਂ ਆਈਆਂ, ਠੀਕ ਹੈ। ਫਿਰ ਇਹ ਜਦੋਂ ਸਾਰੀ ਚੈਕਿੰਗ ਹੋ ਜਾਂਦੀ ਉਸ ਤੋਂ ਬਾਅਦ ਕੀ ਹੈ ਪੇਮੈਂਟ ਕਰ ਦਿੱਤੀ ਜਾਂਦੀ ਹੈ ਉਹਨਾਂ ਨੂੰ, ਠੀਕ ਹੈ। ਇਹ ਸਾਰਾ ਕੀ ਸੀਗਾ ਪਰਚੇਜ਼ ਦਾ ਸੀਗਾ। ਚਲੋ ਬਾਕੀ ਨੈਕਸਟ ਆ ਜੇ ਤੁਸੀਂ ਆਪ ਹੀ ਕਰ ਲਿਓ, ਕੱਲ੍ਹ ਨੂੰ ਮੈਂ ਇੰਟਰਨਲ ਆਡਿਟ ਕਰਵਾਉਂਗੀ, ਠੀਕ ਹੈ। ਨਾ ਵੀ ਕਰੋਗੇ ਤਾਂ ਵੀ ਚੱਲ ਜੂਗਾ, ਇੰਨੀ ਐਗਜ਼ਾਮਪਲਸ ਬਹੁਤ ਨੇ ਆਈ ਥਿੰਕ, ਠੀਕ ਹੈ। ਚਲੋ ਓਕੇ ਰਾਜੇ।